संत का दोखी यूं बिल लाए, ज्यों जल बिहून मछली तड़फड़ाए। ਇਹਨੂੰ ਮਛਲੀ ਨਹੀਂ ਪੜਾਂਗੇ, ਛੱਛੇ ਦੇ ਥੱਲੇ ਥੋੜਾ ਜਿਹਾ ਔਂਕੜ ਹੈ, ਮਛਲੀ। ਦੁਲੈਂਕੜ ਦੀ ਆਵਾਜ਼ ਵੀ ਨਾ ਆਵੇ। ਮਛਲੀ ਜਿਉਂ ਜਲ ਬਿਹੂਨ ਮਛਲੀ ਤੜਫੜਾਏ। ਬਿਲ ਲਾਏ ਦਾ ਮਤਲਬ ਵਿਲਕਦਾ ਹੈ, ਵਿਰਲਾਪ ਕਰਦਾ ਹੈ। ਜੋ ਗੁਰੂ ਦਾ ਨਿੰਦਕ ਹੈ, ਇੱਥੇ ਸੰਤ ਦਾ ਮਤਲਬ ਕੋਈ ਡੇਰੇ ਵਾਲਾ ਬਾਬਾ ਨਹੀਂ। ਸੰਤ ਦਾ ਅਰਥ ਹੈ ਗੁਰੂ। ਜੋ ਗੁਰੂ ਦਾ ਨਿੰਦਕ ਹੈ, ਗੁਰੂ ਦਾ ਦੋਖੀ ਹੈ, ਗੁਰੂ ਗਿਆਨ ਤੋਂ ਹੀਣਾ ਹੈ, ਗੁਰੂ ਗਿਆਨ ਦੇ ਵਿਰੋਧ ਵਿੱਚ ਜੋ ਜ਼ਿੰਦਗੀ ਜੀਂਦਾ ਹੈ, ਉਹ ਵਿਰਲਾਪ ਕਰਦਾ ਰਹਿੰਦਾ, ਵਿਲਕਦਾ ਰਹਿੰਦਾ ਹੈ। ਜਿਵੇਂ ਪਾਣੀ ਤੋਂ ਬਿਨਾਂ ਮੱਛੀ ਤੜਫਦੀ ਹੈ, ਐਵੇਂ ਉਹ ਤੜਫਦਾ ਰਹਿੰਦਾ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਤਨ ਕਰਕੇ ਤੜਫਦਾ ਹੈ, ਉਹਦੇ ਅੰਦਰ ਸ਼ਾਂਤੀ ਨਹੀਂ ਹੁੰਦੀ। ਉਹ ਈਰਖਾ ਦੀ ਅੱਗ ਦੇ ਅੰਦਰ ਸੜਦਾ ਰਹਿੰਦਾ ਹੈ। ਉਹ ਗੁਰੂ ਦੇ ਸਿਧਾਂਤਾਂ ਦਾ ਪ੍ਰਤਾਪ ਵੇਖ ਕੇ ਤਾਂ ਉਹਦੇ ਅੰਦਰ ਜਲਨ ਹੁੰਦੀ ਹੈ। ਕਿਸੇ ਨੂੰ ਵੀ ਉਹ ਖੁਸ਼ ਨਹੀਂ ਵੇਖ ਸਕਦਾ, ਦੂਜੇ ਦੀ ਖੁਸ਼ੀ ਵੇਖ ਕੇ ਵੀ ਉਹ ਸੜਦਾ ਰਹਿੰਦਾ ਹੈ। ਇਹ ਚੀਜ਼ ਨੂੰ ਅਸੀਂ ਸਮਝ ਸਕਦੇ ਹਾਂ। ਸਮਾਜ ਵਿੱਚ ਬਹੁਤ ਸਾਰੇ ਵੀਰ ਭੈਣਾਂ ਐਸੇ ਮਿਲ ਜਾਂਦੇ ਨੇ ਜੋ ਕਿਸੇ ਦੀ ਖੁਸ਼ੀ ਨੂੰ ਬਰਦਾਸ਼ਤ ਨਹੀਂ ਕਰਦੇ। ਕੋਈ ਮਕਾਨ ਚੰਗਾ ਲੈ ਲਵੇ ਤਾਂ ਉਹ ਸੜਨਗੇ, ਜੇ ਕਿਸੇ ਨੇ ਕਾਰ ਲੈ ਲਈ ਤਾਂ ਸੜਨਗੇ, ਜੇ ਕਿਸੇ ਨੇ ਚੰਗੇ ਕੱਪੜੇ ਪਾ ਲਏ ਤਾਂ ਸੜਨਗੇ, ਕਿਉਂਕਿ ਉਹਨਾਂ ਦੇ ਅੰਦਰ ਸ਼ਾਂਤੀ ਹੈ ਹੀ ਨਹੀਂ। ਉਹ ਵਿਰਲਾਪ ਹੀ ਕਰਦੇ ਰਹਿੰਦੇ ਨੇ, ਤੜਫਦੇ ਹੀ ਰਹਿੰਦੇ ਨੇ। ਐਵੇਂ ਹੀ ਜੋ ਗੁਰੂ ਦਾ ਦੋਖੀ ਹੈ, ਗੁਰੂ ਗਿਆਨ ਤੋਂ ਸਖਣਾ ਹੈ, ਉਹਦੀ ਜ਼ਿੰਦਗੀ ਇਸੇ ਤਰ੍ਹਾਂ ਬੀਤਦੀ ਰਹਿੰਦੀ। संत का दोखी भूखा नहीं राजा। भूखा ते थोड़ा जा रुक जाना है। संत का दोखी भूखा नहीं राजा। जो गुरु का निंदक है, वो तृष्णा दा मारिया होया हुंदा है, वो कदे भी रजदा नहीं है। ज्यों पावक ईंधन नहीं तरापै, तरापै दा मतलब रजदी नहीं, ईंधन दा मतलब बालन दे नाल, पावक दा मतलब अग। ਜਿਵੇਂ ਬਾਲਣ ਦੇ ਨਾਲ ਅੱਗ ਨਹੀਂ ਨਾ ਰਜਦੀ, ਇਸੇ ਤਰ੍ਹਾਂ ਗੁਰੂ ਦੀ ਸ਼ੋਭਾ ਨੂੰ ਵੇਖ ਕੇ ਸੜਿਆ ਹੋਇਆ ਇਨਸਾਨ ਨਿੰਦਿਆ ਦੇ ਕਾਰਨ ਰਜਦਾ ਨਹੀਂ। ਉਹਦੀ ਨਿੰਦਾ ਕਰੀ ਜਾਂਦਾ ਹੈ, ਈਰਖਾ ਕਰੀ ਜਾਂਦਾ ਹੈ। ਉਹਦੀ ਈਰਖਾ ਘਟਦੀ ਨਹੀਂ ਹੈ। ਉਹਨੂੰ ਇਹ ਨਹੀਂ ਕਿ ਅੱਜ ਮੈਂ ਈਰਖਾ ਕੀਤੀ ਹੈ ਤੇ ਹੁਣ ਉਹ ਰੱਜ ਜਾਵੇ, ਐਸਾ ਨਹੀਂ ਹੁੰਦਾ। ਉਹ ਹਮੇਸ਼ਾ ਹੀ ਈਰਖਾ ਦੀ ਅੱਗ ਦੇ ਅੰਦਰ ਸੜਦਾ ਪੁੱਜਦਾ ਰਹਿੰਦਾ ਹੈ। ਵਿਕਾਰਾਂ ਦੇ ਅੰਦਰ ਜ਼ਿੰਦਗੀ ਜੀ ਵੀ ਜਾਂਦਾ ਹੈ। ਈਰਖਾ ਦੀ ਅੱਗ ਦੇ ਅੰਦਰ ਸੜਦਾ ਰਹਿੰਦਾ ਹੈ। ਜਿਵੇਂ ਅੱਗ ਦੇ ਵਿੱਚ ਜਿਵੇਂ ਜਿਵੇਂ ਬਾਲਣ ਪਾਓ ਤੇ ਹੋਰ ਮੱਚਦੀ ਹੈ ਨਾ, ਅੱਗ ਕਦੇ ਵੀ ਬਾਲਣ ਨੂੰ ਬਾਲ ਕੇ ਰੱਜਦੀ ਨਹੀਂ। ਐਵੇਂ ਗੁਰੂ ਦਾ ਜੋ ਦੋਖੀ ਹੈ, ਵਿਕਾਰਾਂ ਦੇ ਅੰਦਰ, ਨਿੰਦਾ ਦੇ ਅੰਦਰ ਸੜਦਾ ਹੋਇਆ ਕਦੇ ਵੀ ਰੱਜਦਾ ਨਹੀਂ। ਉਹਨੂੰ ਕਦੇ ਸ਼ਾਂਤੀ ਨਹੀਂ ਆਉਂਦੀ, ਉਹ ਕਦੇ ਆਪਣੇ ਜੀਵਨ ਤੋਂ ਸੈਟਿਸਫਾਈ ਨਹੀਂ ਹੁੰਦਾ, ਸੰਤੋਖ ਨਹੀਂ। ਈਰਖਾ ਦੀ ਅੱਗ ਦੇ ਵਿੱਚ ਹੀ ਹਮੇਸ਼ਾ ਸੜਦਾ ਰਹਿੰਦਾ। ਸੰਤ ਕਾ ਦੋਖੀ ਛੁੱਟੇ ਇਕੇਲਾ। ਜੋ ਗੁਰੂ ਦਾ ਦੋਖੀ ਹੈ, ਜਿਸਨੇ ਗੁਰੂ ਦੇ ਦਿੱਤੇ ਗਿਆਨ ਨੂੰ ਨਹੀਂ ਅਪਣਾਇਆ, ਜੋ ਗਿਆਨ ਗੁਰੂ ਦੀ ਅਗਵਾਈ ਵਿੱਚ ਨਹੀਂ ਚੱਲਦਾ ਹੈ, ਐਸਾ ਜਿਹੜਾ ਬੰਦਾ ਹੈ ਉਹ ਇਕੱਲਾ ਛੁੱਟ ਜਾਂਦਾ ਹੈ, ਇਕੱਲਾ ਰਹਿ ਜਾਂਦਾ ਹੈ। ਕਿਵੇਂ ਰਹਿ ਜਾਂਦਾ ਹੈ? ਜਿਸ ਤਰ੍ਹਾਂ ਵਾਹਿਗੁਰੂ ਜੀ ਕੀ ਫਤਿਹ ਜੀ। ਜਿਉਂ ਬੁਆੜ ਤਿਲ ਜਿਹੜਾ ਨਾ, ਸੰਤ ਕਾ ਦੁਖੀ ਛੁੱਟੇ ਇਕੇਲਾ, ਜਿਉਂ ਬੁਆੜ ਤਿਲ ਖੇਤ ਮਾਹੇ ਦੁਹੇਲਾ। ਦੁਹੇਲਾ ਦਾ ਮਤਲਬ ਇਕੱਲਾ। ਜਿਵੇਂ ਸੜੇ ਹੋਏ ਤਿਲ ਨੇ ਨਾ, ਤੇ ਸੜੇ ਹੋਏ ਤਿਲਾਂ ਦਾ ਬੂਟਾ ਇਕੱਲਾ ਹੀ ਰਹਿ ਜਾਂਦਾ ਹੈ। ਉਹਨੂੰ ਮਾਲਕ ਨੇ ਛੱਡ ਦਿੱਤਾ ਹੁੰਦਾ ਹੈ। ਤਿਲਾਂ ਦੇ ਜਿੰਨੇ ਵੀ ਪੇਟ ਨੇ, ਮਾਲਕ ਬਾਕੀ ਦਿਆਂ ਨੂੰ ਵੱਢ ਲੈਂਦਾ ਹੈ ਔਰ ਵੱਢ ਕੇ ਲੈ ਜਾਂਦਾ ਹੈ। ਲੇਕਿਨ ਜਿਹੜਾ ਸੜਿਆ ਹੋਇਆ ਤਿਲ ਹੈ ਨਾ, ਸੜਿਆ ਹੋਇਆ ਤਿਲਾਂ ਦਾ ਪੇੜ ਹੈ, ਜਿਸ ਦੀਆਂ ਫਲੀਆਂ ਦੇ ਵਿੱਚ ਬੀਜ ਨਹੀਂ ਪਏ, ਉਹਨੂੰ ਕਿਸਾਨ ਪੈਲੀ ਵਿੱਚ ਹੀ ਛੱਡ ਦਿੰਦਾ ਹੈ। ਰੀਜਨ ਕਿ ਜੇ ਉਹ ਸੜੇ ਹੋਏ ਤਿਲਾਂ ਦੇ ਪੇੜ ਨੂੰ ਵੱਢ ਕੇ ਲੈ ਜਾਵੇ, ਤਿਲਾਂ ਦੇ ਅੰਦਰ ਜਦੋਂ ਉਹ ਝਾੜੇਗਾ ਤਾਂ ਉਹ ਕਾਲੇ ਸੜੇ ਹੋਏ ਤਿਲ ਚੰਗੇ ਭਲੇ ਤਿਲਾਂ ਵਿੱਚ ਪੈਣਗੇ ਤੇ ਬਾਜ਼ਾਰ ਦੇ ਅੰਦਰ ਉਹਨਾਂ ਦਾ ਰੇਟ ਘਟੇਗਾ, ਚੰਗੇ ਭਲੇ ਤਿਲਾਂ ਦਾ ਵੀ ਰੇਟ ਘਟਾਏਗਾ। ਇਸ ਲਈ ਕਿਸਾਨ ਉਸ ਸੜੇ ਹੋਏ ਅਫਲ ਪੇੜ ਨੂੰ ਖੇਤ ਦੇ ਵਿੱਚ ਹੀ ਛੱਡ ਦਿੰਦਾ ਹੈ। ਤੇ ਗੁਰੂ ਜੀ ਕਹਿੰਦੇ ਨੇ ਖੇਤ ਦੇ ਅੰਦਰ ਛੁੱਟੇ ਹੋਏ ਉਸ ਪੇੜ ਦੇ ਸੈਂਕੜੇ ਮਾਲਕ ਬਣ ਜਾਂਦੇ ਨੇ।
ਗੁਰੂ ਜੀ ਦਾ ਪਾਵਨ ਬਚਨ ਹੈ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਛੁੱਟੇ ਤਿਲ ਬੁਆੜ ਜਿਉ ਸੁਣੈ ਅੰਦਰ ਖੇਤ, ਖੇਤੈ ਅੰਦਰ ਛੁੱਟਿਆ ਕਹੋ ਨਾਨਕ ਸੋ ਨਾ, ਫਲੀਆਂ ਫੁੱਲੀਆਂ ਬਪੂੜੇ ਭੀ ਤਨ ਵਿੱਚ ਸਵਾ। 100 ਦਾ ਮਤਲਬ ਸੈਂਕੜੇ, ਨਾ ਦਾ ਮਤਲਬ ਖਸਮ। ਉਸ ਪੈਲੀ ਦੇ ਅੰਦਰ ਛੁੱਟੇ ਹੋਏ ਉਸ ਪੇੜ ਦੇ ਸੈਂਕੜੇ ਖਸਮ ਬਣ ਜਾਂਦੇ ਨੇ, ਯਾਨੀ ਉਹਨੂੰ ਕੋਈ ਵੀ ਵੱਢ ਕੇ ਲੈ ਜਾਂਦਾ ਹੈ। ਆਪ ਖੇਤੀਬਾੜੀ ਕਰਦੇ ਰਹੇ ਹੋ, ਅਸੀਂ ਦੇਖੀਦਾ ਸੀ ਨਾ, ਸਰੋਂ ਜਦੋਂ ਵੱਢੀ ਜਾਂਦੀ ਸੀ ਤੇ ਉਹਦੇ ਸਰਕੜੇ ਪੁੱਟ ਕੇ ਲਿਆਈਦੇ ਸਨ, ਤੰਦੂਰ ਦੇ ਵਿੱਚ ਬਾਲਣ ਵਾਸਤੇ, ਰੋਟੀਆਂ ਪਕਾਉਣ ਵਾਸਤੇ ਸੁਕਾ ਕੇ ਲੋਕ ਬਾਲਦੇ ਸਨ। ਤੇ ਉਹ ਤਿਲਾਂ ਦੇ ਜਿਹੜੇ ਐਸੇ ਪੇੜ ਨੇ ਉਹਨਾਂ ਨੂੰ ਵੀ ਸੁਕਾ ਕੇ ਬਾਲਣ ਦੇ ਕੰਮ ਲਿਆ ਜਾਂਦਾ ਸੀ। ਤਾਂ ਸੈਂਕੜੇ ਉਹਨਾਂ ਦੇ ਮਾਲਕ ਬਣ, ਜਿਹੜਾ ਮਰਜ਼ੀ ਉਹਨਾਂ ਨੂੰ ਵੱਢ ਕੇ ਲੈ ਜਾਏਗਾ, ਕਿਉਂਕਿ ਮਾਲਕ ਨੇ ਛੱਡ ਦਿੱਤਾ। ਇਸੇ ਜਿਹੜਾ ਗੁਰੂ ਦਾ ਨਿੰਦਕ ਹੈ ਨਾ, ਉਹ ਇਕੱਲਾ ਛੁੱਟ ਜਾਂਦਾ ਹੈ, ਭਾਵ ਉਹਦਾ ਰੱਬ ਦੇ ਨਾਲ ਮਿਲਾਪ ਨਹੀਂ ਹੁੰਦਾ, ਗੁਰੂ ਦੇ ਨਾਲੋਂ ਵੈਸੇ ਹੀ ਉਹ ਵਿਛੜਿਆ ਹੋਇਆ ਹੈ। ਤੇ ਐਸਾ ਜਿਹੜਾ ਬੰਦਾ ਹੈ ਉਹਦੇ ਸੈਂਕੜੇ ਮਾਲਕ ਬਣ ਜਾਂਦੇ ਨੇ। ਉਹ ਕਦੇ ਕਿਸੇ ਦੀ ਸ਼ਰਨ ਵਿੱਚ ਪੈਂਦਾ ਹੈ, ਕਦੇ ਜੋਤਸ਼ੀਆਂ ਕੋਲ, ਕਦੇ ਬਾਬਿਆਂ ਕੋਲ। ਆ ਕਿੰਨੇ ਸਾਰੇ ਸਾਡੇ ਜਿਹੜੇ ਬਾਬੇ ਨੇ ਇਹਨਾਂ ਲੋਕਾਂ ਕਰਕੇ ਹੀ ਪੈਦਾ ਹੋਏ ਨੇ, ਬੁਆੜ ਤਿਲਾਂ ਕਰਕੇ। ਜੇ ਅਸੀਂ ਗੁਰੂ ਦੇ ਨਾਲ ਜੁੜੇ ਰਹਿੰਦੇ, ਜੇਕਰ ਅਸੀਂ ਗੁਰੂ ਦੇ ਨਾਲ ਜੁੜੇ ਰਹਿੰਦੇ, ਤਾਂ ਅਸੀਂ ਕਦੇ ਵੀ ਕਿਸੇ ਹੋਰ ਦੇ ਚਰਨਾਂ ਦੀ ਸ਼ਰਨ ਵਿੱਚ ਨਾ ਜਾਂਦੇ। ਲੇਕਿਨ ਕਿਉਂਕਿ ਅਸੀਂ ਗੁਰੂ ਦੇ ਨਾਲ ਟੁੱਟ ਗਏ, ਇਸ ਲਈ ਅਸੀਂ ਫਿਰ ਹੋਰ ਲੋਕਾਂ ਦੇ ਚਰਨਾਂ ਦੀ ਸ਼ਰਨ ਭਾਲਦੇ ਫਿਰਦੇ ਹਾਂ, ਹੋਰ ਪਾਸੇ ਜੁੜਦੇ ਫਿਰਦੇ ਹਾਂ। ਅਨੇਕਾਂ ਚੀਜ਼ਾਂ ਸਾਡੀਆਂ ਮਾਲਕ ਬਣ ਜਾਂਦੀਆਂ ਨੇ, ਅਨੇਕਾਂ ਜਿਹੜੇ ਕਰਮ ਕਾਂਡ ਨੇ ਉਹਨਾਂ ਦੇ ਚੱਕਰਾਂ ਦੇ ਵਿੱਚ ਅਸੀਂ ਪੈ ਜਾਂਦੇ ਹਾਂ। ਤਾਂ ਇਸ ਤਰ੍ਹਾਂ ਜਿਹੜਾ ਹੈ ਉਹ ਬੰਦਾ ਇਕੱਲਾ ਹੀ ਰਹਿ ਜਾਂਦਾ ਹੈ। ਦੁਹੇਲਾ ਦਾ ਮਤਲਬ ਫਿਰ ਉਹ ਦੁਖੀ ਰਹਿੰਦਾ ਹੈ, ਉਹਦੀ ਜ਼ਿੰਦਗੀ ਦੇ ਅੰਦਰ ਕਦੇ ਵੀ ਸੁੱਖ ਔਰ ਸ਼ਾਂਤੀ ਨਹੀਂ ਹੁੰਦੀ। ਸੰਤ ਕਾ ਦੋਖੀ ਧਰਮ ਤੇ ਰਹਿਤ, ਰਹਿਤ ਦਾ ਮਤਲਬ ਹੀਣਾ, ਖਾਲੀ। ਜੋ ਗੁਰੂ ਦਾ ਨਿੰਦਕ ਹੈ, ਜੋ ਗੁਰੂ ਦਾ ਦੋਖੀ ਹੈ, ਉਹ ਧਰਮ ਤੋਂ ਰਹਿਤ ਹੁੰਦਾ ਹੈ, ਉਹਦਾ ਕੋਈ ਧਰਮ ਇਮਾਨ ਨਹੀਂ ਹੈ। ਯਾਨੀ ਉਹ ਜਿਹੜਾ ਬੰਦਾ ਹੈ ਕਦੇ ਵੀ ਉਹ ਆਪਣੇ ਫਰਜ਼ਾਂ ਨੂੰ ਪੂਰਾ ਨਹੀਂ ਕਰੇਗਾ, ਆਪਣੇ ਫਰਜ਼ਾਂ ਨੂੰ ਕਦੇ ਵੀ ਉਹ ਪੂਰਾ ਨਹੀਂ ਕਰੇਗਾ। ਉਹ ਫਰਜ਼ਾਂ ਤੋਂ ਸਖਣਾ ਹੋਏਗਾ, ਫਰਜ਼ਾਂ ਤੋਂ ਉਹ ਹੀਣਾ ਹੋਏਗਾ, ਔਰ ਆਪਣੇ ਫਰਜ਼ਾਂ ਨੂੰ ਕਦੇ ਪੂਰਾ ਕਰਨ ਦਾ ਯਤਨ ਨਹੀਂ ਕਰੇਗਾ। ਸੰਤ ਕਾ ਦੋਖੀ ਧਰਮ ਤੇ ਰਹਿਤ, ਉਹ ਆਪਣੇ ਫਰਜ਼ਾਂ ਨੂੰ ਪੂਰਾ ਨਹੀਂ ਕਰੇਗਾ। ਸੰਤ ਕਾ ਦੋਖੀ ਸਦ ਮਿਥਿਆ ਕਹਿਤ, ਜਿਹੜਾ ਗੁਰੂ ਦਾ ਨਿੰਦਕ ਹੈ ਉਹ ਹਮੇਸ਼ਾ ਹੀ ਜਿਹੜਾ ਹੈ ਮਿਥਿਆ ਦਾ ਮਤਲਬ ਝੂਠ ਬੋਲੇਗਾ। ਉਹਦੀ ਜ਼ਿੰਦਗੀ ਦੇ ਅੰਦਰ ਕਦੇ ਸੱਚ ਨਹੀਂ ਹੋਏਗਾ, ਉਹ ਹਮੇਸ਼ਾ ਝੂਠ ਹੀ ਬੋਲਦਾ ਰਹੇਗਾ ਔਰ ਕਦੇ ਵੀ ਸੱਚ ਨਹੀਂ ਬੋਲੇਗਾ। ਜੋ ਵੀ ਕਹੇਗਾ ਝੂਠ ਕਹੇਗਾ। ਕਿਰਤ ਨਿੰਦਕ ਦਾ ਧੁਰ ਹੀ ਪਿਆ, ਧੁਰ ਹੀ ਪਿਆ ਦਾ ਮਤਲਬ ਧੁਰ ਤੋਂ ਹੀ। ਹੁਣ ਇਹ ਜਿਹੜਾ ਧੁਰ ਹੈ ਨਾ, ਇਹਦੇ ਅਰਥ ਵਿਦਵਾਨ ਪੁਰਸ਼ਾਂ ਨੇ ਦੋ ਤਰ੍ਹਾਂ ਕੀਤੇ ਨੇ। ਇੱਕ ਤੇ ਉਹ ਨੇ ਜਿਹੜੇ ਇਹ ਗੱਲ ਕਹਿੰਦੇ ਨੇ ਕਿ ਤੂੰ ਅਕਾਲ ਪੁਰਖ ਵੱਲੋਂ ਪਿਛਲੇ ਜਨਮਾਂ ਦੇ ਹੀ ਲੇਖ ਉਹਦੇ ਇਸੇ ਤਰ੍ਹਾਂ ਦੇ ਲਿਖੇ ਹੋਏ ਨੇ, ਲੇਕਿਨ ਇੱਥੇ ਇਹਦਾ ਮੀਨਿੰਗ ਇਹ ਨਹੀਂ ਹੈ। ਇੱਥੇ ਧੁਰ ਤੋਂ ਦਾ ਮਤਲਬ ਹੈ ਮੁੱਢ ਤੋਂ। ਕਿਰਤ ਨਿੰਦਕ ਕਾ ਧੁਰ ਹੀ ਪਿਆ, ਧੁਰ ਤੋਂ ਹੀ। ਕਿਰਤ ਦਾ ਮਤਲਬ ਜੋ ਕੀਤੀ ਹੋਈ ਕੰਮ ਨੇ, ਜਿਹੜੀ ਪਹਿਲੀ ਕੀਤੀ ਹੋਈ ਨਿੰਦਿਆ ਦਾ ਇਹ ਫਲ ਹੈ ਕਿ ਨਿੰਦਕ ਦਾ ਮੁੱਢ ਤੋਂ ਹੀ ਸੁਭਾਅ ਬਣ ਜਾਂਦਾ। ਜਦੋਂ ਉਸ ਨਿੰਦਿਆ ਦਾ ਕੰਮ ਫੜਿਆ ਸੀ ਉਦੋਂ ਤੋਂ ਹੀ ਉਹਦਾ ਕੰਮ ਤੁਰਿਆ ਆ ਰਿਹਾ ਹੈ, ਤੇ ਉਸ ਕੰਮ ਕਰਕੇ, ਉਸ ਸੁਭਾਅ ਕਰਕੇ ਉਹ ਬੰਦਾ ਹਮੇਸ਼ਾ ਨਿੰਦਿਆ ਕਰੀ ਜਾਂਦਾ। ਕਿਰਤ ਨਿੰਦਕ ਕਾ ਪਿਆ, ਕਿਰਤ ਦਾ ਮਤਲਬ ਜੋ ਉਹ ਨਿੰਦਾ ਕਰ ਰਿਹਾ ਹੈ। ਧੁਰ ਹੀ ਦਾ ਮਤਲਬ ਧੁਰ ਤੋਂ, ਸ਼ੁਰੂ ਤੋਂ। ਇਹ ਚੀਜ਼ ਨੂੰ ਥੋੜਾ ਜਿਹਾ ਆਪਾਂ ਸਮਝਣ ਦੀ ਟਰਾਈ ਕਰਨੀ ਹੈ। ਧੁਰ ਦਾ ਮਤਲਬ ਸ਼ੁਰੂ, ਜਿਵੇਂ ਪਹਿਲੇ ਦਇਆ ਕੀਤੀ, ਪਹਿਲੇ ਦਿਨ ਗੁਰੂ ਦੇ ਖਿਲਾਫ ਬੋਲਿਆ, ਗੁਰਮਤ ਤੋਂ ਉਲਟ ਕੁਛ ਬੋਲਿਆ, ਫਿਰ ਬੋਲਿਆ, ਹੌਲੇ ਉਹ ਜਿਹੜਾ ਸੁਭਾਅ ਬੰਦੇ ਦਾ ਬਣ ਜਾਂਦਾ ਹੈ, ਔਰ ਇਸੇ ਤਰ੍ਹਾਂ ਉਸ ਸੁਭਾਅ ਮੁਤਾਬਕ ਹੀ ਉਹ ਜਿਹੜਾ ਹੈ ਜ਼ਿੰਦਗੀ ਜੀਵੀ ਜਾਂਦਾ ਹੈ। ਇਹਨੂੰ ਕਹਿੰਦੇ ਨੇ ਕਿਰਤ ਨਿੰਦਕ ਕਾ ਧੁਰ ਹੀ ਪਿਆ, ਧੁਰ ਤੋਂ ਹੀ ਇਹ ਉਹਦਾ ਸੁਭਾਅ ਬਣਿਆ ਹੋਇਆ ਹੈ, ਤੇ ਉਸ ਬਣੇ ਹੋਏ ਸੁਭਾਅ ਮੁਤਾਬਕ ਉਹ ਇਹ ਕਰਮ ਕਰੀ ਜਾ ਰਿਹਾ ਹੈ। ਨਾਨਕ ਜੋ ਤਿਸ ਭਾਵੈ, ਹੁਣ ਜੋ ਰੱਬ ਨੂੰ ਪਾਉਂਦਾ ਹੈ, ਜੋ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ। ਹੁਣ ਇਹ ਚੀਜ਼ ਨੂੰ ਸਮਝਣਾ ਹੈ। ਭਾਵੇ ਦਾ ਮਤਲਬ ਭਾਣਾ, ਰਜਾ।
ਹੁਣ ਰੱਬ ਦੀ ਰਜ਼ਾ ਇੰਨਾ ਹੈ, ਹੁਕਮ ਹੈ, ਸਿਸਟਮ ਹੈ ਕਿ ਜੇ ਤੁਸੀਂ ਆਪਣਾ ਸੁਭਾਅ ਨਿੰਦਿਆ ਵਾਲਾ ਬਣਾ ਲਓਗੇ ਤਾਂ ਨਿੰਦਿਆ ਵਾਲਾ ਸੁਭਾਅ ਬਣਿਆ ਰਹੇਗਾ। ਉਸੇ ਤਰ੍ਹਾਂ ਹੀ ਤੁਸੀਂ ਕਰਮ ਜਿਹੜੇ ਹੈ ਕਰਦੇ ਜਾਓਗੇ, ਤੇ ਜੇ ਚੰਗਾ ਸੁਭਾਅ ਬਣਾ ਲੋਗੇ ਤਾਂ ਫਿਰ ਚੰਗਾ ਸੁਭਾਅ ਬਣ ਜਾਏਗਾ। ਇਹ ਸਿਸਟਮ ਹੈ। ਇਹਦੇ ਵਿੱਚ ਜਿਵੇਂ ਦਾ ਵੀ ਕੋਈ ਸੁਭਾਅ ਬਣਾ ਲਵੇਗਾ ਉਸੇ ਤਰ੍ਹਾਂ ਦਾ ਉਹਦਾ ਸੁਭਾਅ ਬਣਦਾ ਚਲਾ ਜਾਏਗਾ। ਜੇ ਚੰਗੇ ਕਰਮ ਕਰਾਂਗੇ, ਚੰਗੇ ਬੋਲ ਬੋਲਾਂਗੇ ਤਾਂ ਸਾਡਾ ਸੁਭਾਅ ਹੌਲੀ ਹੌਲੀ ਚੰਗਾ ਬਣਦਾ ਜਾਏਗਾ। ਅਸੀਂ ਪੋਜ਼ਿਟਿਵ ਸੋਚਾਂਗੇ ਤਾਂ ਸੁਭਾਅ ਪੋਜ਼ਿਟਿਵ ਹੁੰਦਾ ਜਾਏਗਾ। ਪਰ ਜੇ ਅਸੀਂ ਨੈਗੇਟਿਵ ਸੋਚਾਂਗੇ, ਫਿਰ ਨੈਗੇਟਿਵ ਤੇ ਹੌਲੇ ਹੌਲੇ ਸੁਭਾਅ ਬਣ ਜਾਏਗਾ ਤੇ ਬੰਦਾ ਉਸੇ ਤਰ੍ਹਾਂ ਹੀ ਚਲੀ ਜਾਏਗਾ, ਉਸੇ ਤਰ੍ਹਾਂ ਬਣਦਾ ਜਾਏਗਾ। ਇਹ ਰੱਬ ਦਾ ਸਿਸਟਮ ਹੈ। संत का दुखी बिगड़ रूप हुए जाए। बिगड़ रूप ਦਾ ਮਤਲਬ ਵਿਗੜਿਆ ਹੋਇਆ ਰੂਪ, ਉਹਦਾ ਰੂਪ ਜਿਹਨੂੰ ਅਸੀਂ ਭ੍ਰਿਸ਼ਟਿਆ ਹੋਇਆ ਕਹਿੰਦੇ ਆ ਕਿ ਫਲਾਂ ਬੰਦਾ ਤਾਂ ਭ੍ਰਿਸ਼ਟਿਆ ਹੋਇਆ ਹੈ। ਵਿਗੜਿਆ ਹੋਇਆ ਰੂਪ ਜਿਹੜਾ ਗੁਰੂ ਦਾ ਨਿੰਦਕ ਹੈ ਉਹ ਵਿਗੜੇ ਹੋਏ ਰੂਪ ਵਾਲਾ ਹੋ ਜਾਂਦਾ ਹੈ। ਇਹਦਾ ਮਤਲਬ ਇਹ ਨਹੀਂ ਕਿ ਉਹਦਾ ਸਰੀਰ ਦਾ ਰੂਪ ਵਿਗੜ ਜਾਂਦਾ ਹੈ, ਕਿ ਉਹਦੇ ਮੂੰਹ ਤੇ ਝੁਰੜੀਆਂ ਪੈ ਜਾਂਦੀਆਂ ਨੇ, ਜਾਂ ਕਿ ਉਸ ਬੰਦੇ ਦਾ ਮਤਲਬ ਸ਼ਕਲ ਸੂਰਤ ਵਿਗੜ ਜਾਂਦੀ ਹੈ। ਐਸਾ ਨਹੀਂ। ਵਿਗੜਿਆ ਹੋਇਆ ਰੂਪ ਕੀ ਹੈ? ਦੇਖੋ, ਬੰਦੇ ਦੇ ਦੋ ਰੂਪ ਨੇ, ਇੱਕ ਸੁਧਰਿਆ ਹੋਇਆ ਤੇ ਇੱਕ ਵਿਗੜਿਆ ਹੋਇਆ। ਸੁਧਰਿਆ ਹੋਇਆ ਰੂਪ ਹੈ ਜੋ ਸੱਚ ਬੋਲ ਰਿਹਾ ਹੈ, ਜੋ ਪਿਆਰ ਦੇ ਨਾਲ ਰਹਿ ਰਿਹਾ ਹੈ, ਜਿਸ ਦੀ ਜ਼ਿੰਦਗੀ ਭਲੀ ਹੈ, ਜਿਹਦੇ ਬੋਲ ਮਿੱਠੇ ਨੇ, ਪਰਉਪਕਾਰ ਦੀ ਭਾਵਨਾ ਹੈ। ਇਹ ਤਾਂ ਬੰਦਾ ਸੁਧਰੇ ਹੋਏ ਰੂਪ ਵਾਲਾ ਹੈ, ਬੜਾ ਚੰਗਾ ਰੂਪ ਬੰਦੇ ਦਾ, ਇਨਸਾਨੀਅਤ ਹੈ। ਤੇ ਕੁਝ ਵਿਗੜੇ ਹੋਏ ਰੂਪ ਵਾਲੇ ਨੇ, ਜਿਨ੍ਹਾਂ ਦੇ ਅੰਦਰ ਈਰਖਾ ਹੈ, ਦੁਆਸ਼ ਹੈ, ਵੈਰ ਵਿਰੋਧ ਹੈ, ਕੁਕਰਮ ਨੇ, ਵਿਗੜੇ ਹੋਏ ਰੂਪ ਵਾਲੇ ਨੇ। ਮੇਰੇ ਖਿਆਲ 'ਚ ਮੈਂ ਕੱਲ ਵੀ ਬੇਨਤੀ ਕੀਤੀ ਸੀ ਕਿ ਮੱਧ ਪ੍ਰਦੇਸ਼ ਦੀ ਇੱਕ ਲੜਕੀ, ਜਿਸ ਦੇ ਨਾਲ ਗੈਂਗ ਰੇਪ ਕਰਨ ਤੋਂ ਬਾਅਦ ਉਸ ਦੀ ਰੀੜ੍ਹ ਦੀ ਹੱਡੀ ਵੀ ਤੋੜ ਦਿੱਤੀ ਔਰ ਉਹਦੀ ਜ਼ਬਾਨ ਵੀ ਕੱਟ ਦਿੱਤੀ ਕਿ ਕਿਸੇ ਨੂੰ ਬੋਲ ਕੇ ਦੱਸ ਨਾ ਸਕੇ, ਤੇ ਅੱਜ ਉਹਦੀ ਮੌਤ ਹੋ ਗਈ ਹੈ। ਹੁਣ ਦੇਖੋ ਕਿੰਨੇ ਵਿਗੜੇ ਹੋਏ ਰੂਪ ਵਾਲੇ ਬੰਦੇ ਨੇ ਨਾ ਉਹਨਾਂ ਨੂੰ ਅਸੀਂ ਬੰਦੇ ਤੇ ਨਹੀਂ ਕਹਿ ਸਕਦੇ। ਸਰਕਾਰ ਨੂੰ ਕਾਨੂੰਨ ਬਣਾਉਣਾ ਚਾਹੀਦਾ ਹੈ ਕਿ ਜੋ ਐਸੇ ਕਰਮ ਕਰਦੇ ਨੇ ਉਹਨਾਂ ਨੂੰ ਫਾਸਟ ਟਰੈਕ ਅਦਾਲਤਾਂ ਰਾਹੀਂ ਨਾਲ ਦੇ ਨਾਲ ਫਾਹੇ ਲਗਾਇਆ ਜਾਏ। ਇਹ ਐਸੇ ਕਾਨੂੰਨ ਬਣਨੇ ਚਾਹੀਦੇ ਨੇ। ਤਾਂ ਇੱਕ ਵੱਖਰਾ ਟੌਪਿਕ ਹੈ। ਖੈਰ, ਜਿਹੜਾ ਗੁਰੂ ਦਾ ਨਿੰਦਕ ਹੈ, ਜੋ ਗੁਰੂ ਗਿਆਨ ਤੋਂ ਹੀਣਾ ਹੈ, ਉਹ ਵਿਗੜੇ ਹੋਏ ਰੂਪ ਵਾਲਾ ਹੋ ਜਾਂਦਾ। ਨਹੀਂ ਤਾਂ ਸਿਆਣਾ ਜਿਹੜਾ ਬੰਦਾ ਹੈ, ਸਮਝਦਾਰ ਇਨਸਾਨ ਹੈ, ਜੋ ਰੱਬ ਦੀ ਰਜ਼ਾ ਪਾਣੇ ਵਿੱਚ ਤੁਰਨ ਵਾਲਾ ਹੈ, ਜੋ ਆਪਣੇ ਆਪ ਨੂੰ ਬੰਦਾ ਸਮਝਦਾ ਹੈ, ਉਹ ਤਾਂ ਐਸਾ ਕੋਈ ਕਰਮ ਨਹੀਂ ਕਰੇਗਾ। ਉਹ ਤਾਂ ਕਿਸੇ ਦੀ ਨਿੰਦਿਆ ਨਹੀਂ ਕਰੇਗਾ, ਕਿਸੇ ਦੇ ਖਿਲਾਫ ਨਹੀਂ ਜਾਏਗਾ, ਕਿਸੇ ਦਾ ਇੱਕ ਪੈਸਾ ਵੀ ਉਹ ਹੱਕ ਨਹੀਂ ਖਾਏਗਾ। ਤਾਂ ਗੁਰੂ ਜੀ ਕਹਿੰਦੇ ਨੇ ਜੋ ਗੁਰੂ ਦਾ ਨਿੰਦਕ ਹੈ, ਗੁਰੂ ਦੇ ਦੱਸੇ ਰਾਹਾਂ ਤੋਂ ਉਲਟ ਚੱਲਣ ਵਾਲਾ ਹੈ, ਉਹ ਵਿਗੜੇ ਹੋਏ ਰੂਪ ਵਾਲਾ ਹੋ ਜਾਂਦਾ ਹੈ। ਉਹਦਾ ਚਿਹਰਾ ਡਰਾਵਣਾ ਹੈ, ਉਹਦੇ ਕਰਮ ਬੜੇ ਭੈਭੀਤ ਕਰਨ ਵਾਲੇ ਨੇ। ਸੰਤ ਕੇ ਦੋਖੀ ਕੋ ਦਰਗਾਹ ਮਿਲੇ ਸਜਾਏ। ਕਈ ਵੀਰ ਭੈਣਾਂ ਦਰਗਾਹ ਵੀ ਪੜ੍ਹਦੇ ਨੇ, ਇਹਦਾ ਸ਼ੁੱਧ ਉਚਾਰਨ ਹੈ ਦਰਗਾਹ। ਪਰ ਜੇ ਕੋਈ ਦਰਗਾਹ ਪੜਦਾ ਹੈ ਤਾਂ ਬਹਿਸ ਕਰਨ ਦੀ ਲੋੜ ਨਹੀਂ। ਸ਼ੁੱਧ ਉਚਾਰਨ ਦਰਗਾਹ ਹੈ, ਅਸਾਂ ਇਹਦਾ ਉਚਾਰਨ ਦਰਗਾਹ ਕਰਨਾ ਹੈ। ਪਰ ਜੇ ਕੋਈ ਦਰਗਾਹ ਕਰਦਾ ਹੈ ਤਾਂ ਉਹਦੀ ਆਪਣੀ ਮਰਜ਼ੀ ਹੈ, ਉਚਾਰਨ ਨਾਲ ਕੋਈ ਬਹੁਤ ਵੱਡਾ ਫਰਕ ਨਹੀਂ ਪੈਂਦਾ। ਇਸ ਲਈ ਵਿਵਾਦਾਂ ਤੋਂ ਬਚਣ ਦੀ ਟਰਾਈ ਕਰਨੀ, ਜਿੰਨੀ ਬਚਿਆ ਜਾਏ ਲੜਾਈ ਝਗੜੇ ਤੋਂ, ਵਿਵਾਦ ਤੋਂ। ਔਰ ਨਾਲ ਜਦੋਂ ਵਿਚਾਰ ਵਟਾਂਦਰਾ ਹੋਏ ਤਾਂ ਇਹਦਾ ਉਚਾਰਨ ਜੋ ਹੈ ਦਰਗਾਹ ਹੋਏਗਾ। ਸੰਤ ਕੇ ਦੁਖੀ ਕੋ ਦਰਗਾਹ ਮਿਲੇ ਸਜਾਏ। ਜਿਹੜਾ ਗੁਰੂ ਦਾ ਦੁਖੀ ਹੈ, ਗੁਰੂ ਤੇ ਦੋਸ਼ ਨਾ ਲਾਉਣ ਵਾਲਾ ਹੈ, ਗਿਆਨ ਗੁਰੂ ਦੀ ਅਗਵਾਈ ਦੇ ਅੰਦਰ ਜ਼ਿੰਦਗੀ ਬਿਤਾਉਣ ਵਾਲਾ ਨਹੀਂ ਹੈ, ਉਹਨੂੰ ਰੱਬੀ ਦਰਗਾਹ ਦੇ ਅੰਦਰ ਯਾਨੀ ਰੱਬੀ ਨਿਯਮ ਦੇ ਅੰਦਰ ਸਜ਼ਾ ਮਿਲਦੀ ਹੈ। ਦਰਗਾਹ ਦਾ ਮਤਲਬ ਦਰਗਾਹ, ਨਿਆਂ, ਕਚਹਿਰੀ, ਨਿਆਂ। ਰੱਬੀ ਨਿਆਂ ਕੀ ਰੱਬੀ ਹੁਕਮ ਜਿਹੜਾ ਸਿਸਟਮ ਹੈ, ਇਸ ਸਿਸਟਮ ਦੇ ਅੰਦਰ ਉਹਨੂੰ ਸਜ਼ਾ ਮਿਲਦੀ ਹੈ। ਤੇ ਸਜ਼ਾ ਦਾ ਮਤਲਬ ਇਹ ਨਹੀਂ ਕਿ ਉਹਨੂੰ ਜੇਲ੍ਹ 'ਚ ਪਾ ਦਿੱਤਾ ਜਾਂਦਾ ਹੈ ਜਾਂ ਉਹਦੀ ਲੱਤ ਬਾਂਹ ਟੁੱਟ ਜਾਂਦੀ ਹੈ, ਕਿਉਂਕਿ ਅਸੀਂ ਸਜ਼ਾ ਇਸੇ ਨੂੰ ਸਮਝਦੇ ਹਾਂ। ਅਸਲ ਦੇ ਅੰਦਰ ਮਾਨਸਿਕ ਤੌਰ ਤੇ ਪਰੇਸ਼ਾਨ ਹੋਣਾ, ਇਸ ਤੋਂ ਵੱਡੀ ਕੀ ਸਜ਼ਾ ਹੋ ਸਕਦੀ ਹੈ। ਦੂਜੇ ਨੰਬਰ ਤੇ ਅਸੀਂ ਇਨਸਾਨ ਹੋਈਏ ਤੇ ਸਾਨੂੰ ਕੋਈ ਇਸ ਦੁਨੀਆ ਦੇ ਵਿੱਚ ਲਾਇਕ ਹੀ ਨਾ ਕਰੇ, ਸਾਡੇ ਨਾਲ ਕੋਈ ਭੁੱਲਣਾ ਹੀ ਨਾ ਚਾਹੇ। ਚਾਰ ਬੰਦੇ ਬੈਠੇ ਹੋਣ ਤੇ ਅਸੀਂ ਜਾਈਏ ਤੇ ਉਹ ਉੱਠ ਕੇ ਤੁਰ ਪੈਣ, ਇਸ ਤੋਂ ਵੱਡੀ ਸਜ਼ਾ ਕੀ ਹੋ ਸਕਦੀ।
ਸਾਡੀ ਕੋਈ ਇੱਕ ਵੀ ਬੰਦਾ ਕਿਸੇ ਕੰਮ ਦੀ ਸਿਫਤ ਨਾ ਕਰੇ, ਇਸ ਤੋਂ ਵੱਡੀ ਸਜ਼ਾ ਕੀ ਹੋ ਸਕਦੀ ਹੈ? ਬੰਦਾ ਆਪਣੇ ਆਪ ਦੇ ਅੰਦਰ ਹੀ ਸੜਦਾ ਕ੍ਰਿਜਦਾ ਰਹੇ, ਇਸ ਤੋਂ ਵੱਡੀ ਸਜ਼ਾ ਕੀ ਹੋ ਸਕਦੀ ਹੈ? ਇਨਸਾਨ ਹੁੰਦਿਆਂ ਵੀ ਜੋ ਇਨਸਾਨੀਅਤ ਵਾਲੀ ਜ਼ਿੰਦਗੀ ਨਹੀਂ ਜੀ ਰਿਹਾ, ਆਪਣੇ ਆਪ ਦੇ ਅੰਦਰ ਹੀ ਇੱਕ ਜੀਵਨ ਸਜ਼ਾ ਬਣ ਜਾਂਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਰੱਬੀ ਰਜ਼ਾ ਦੇ ਅੰਦਰ, ਯਾਨੀ ਰੱਬੀ ਕਾਨੂੰਨ ਦੇ ਅੰਦਰ, ਰੱਬੀ ਰਜ਼ਾ ਦੇ ਅੰਦਰ ਜੋ ਗੁਰੂ ਦੇ ਗਿਆਨ ਤੋਂ ਉਲਟ ਜ਼ਿੰਦਗੀ ਜੀਣ ਵਾਲਾ ਹੈ, ਉਹਨੂੰ ਸਜ਼ਾ ਮਿਲਦੀ ਹੈ, ਉਹਨੂੰ ਦੁੱਖ ਬਣੇ ਰਹਿੰਦੇ ਨੇ। ਸੰਤ ਕਾ ਦੁਖੀ ਸਦਾ ਕਾਈਏ, ਸਹਿਕਾਈਏ ਦਾ ਮਤਲਬ ਸਹਿਕਦਾ ਰਹਿੰਦਾ ਹੈ। ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈਏ, ਨਾ ਉਹ ਜਿਉਂਦਿਆਂ ਚੋਂ ਨਾ ਉਹ ਮੋਇਆਂ ਚੋਂ। ਤੁਸੀਂ ਦੇਖਿਆ ਹੋਵੇਗਾ ਕਈ ਵਾਰ ਨਾ ਮੌਤ ਕਿਸੇ ਦੀ ਤਾਂ ਬਹੁਤ ਆਰਾਮ ਨਾਲ ਹੋ ਜਾਂਦੀ ਹੈ, ਹਰ ਅਟੈਕ ਵਗੈਰਾ ਹੋਇਆ ਜਾਂ ਥੋੜਾ ਜਿਹਾ ਬੰਦਾ ਬਿਮਾਰ ਹੋਇਆ ਤੇ ਉਹਦੀ ਮੌਤ ਹੋ ਜਾਂਦੀ ਹੈ। ਕਈ ਵਾਰ ਬੰਦਾ ਐਸਾ ਅਟਕਦਾ ਹੈ ਕਿ ਸਾਹ ਚੱਲਦੇ ਰਹਿੰਦੇ ਨੇ ਬੜੇ ਔਖੇ, ਤੇ ਬੰਦਾ ਕਈ ਦਿਨ ਤੱਕ ਪਿਆ ਰਹਿੰਦਾ, ਸਹਿਕਦਾ ਰਹਿੰਦਾ, ਨਾ ਜਿਉਂਦਿਆਂ ਚੋਂ ਨਾ ਮੋਇਆਂ ਚੋਂ। ਤੇ ਫਿਰ ਕਈ ਵਾਰ ਤਾਂ ਆਪਣੇ ਹੀ ਪਿਆਰਿਆਂ ਦੇ ਵਾਸਤੇ ਲੋਕ ਅਰਦਾਸਾਂ ਵੀ ਕਰਦੇ ਨੇ ਕਿ ਰੱਬਾ ਇਸ ਕੰਡੀਸ਼ਨ ਨਾਲੋਂ ਤੇ ਚੁੱਕ ਕੇ ਲੈ ਤੇ ਠੀਕ ਹੈ। ਤੇ ਉਹਦੀ ਮੌਤ ਤੋਂ ਬਾਅਦ ਵੀ ਅਸੀਂ ਕਹਿੰਦੇ ਆ ਰੱਬ ਨੇ ਚਲੋ ਚੰਗਾ ਹੋਇਆ, ਕੁਦਰਤ ਨੇ ਉਹਨੂੰ ਚੁੱਕ ਲਿਆ, ਚਲਾ ਗਿਆ, ਬੜਾ ਔਖਾ ਸੀ। ਸਹਿਕਾਈਏ ਦਾ ਮਤਲਬ ਸਹਿਕਦਾ ਹੈ, ਯਾਨੀ ਤਰਲੇ ਲੈਂਦਾ ਹੈ, ਆਤਰ ਰਹਿੰਦਾ ਹੈ, ਦੁਖੀ ਰਹਿੰਦਾ ਹੈ। ਜੋ ਗੁਰੂ ਦਾ ਨਿੰਦਕ ਹੈ, ਗੁਰੂ ਦੇ ਆਸ਼ੇ ਅਨੁਸਾਰ ਜ਼ਿੰਦਗੀ ਜੀਣ ਵਾਲਾ ਨਹੀਂ ਹੈ, ਜੋ ਵਿਵੇਕ ਬੁੱਧ ਤੋਂ ਕੰਮ ਗੁਰੂ ਦੀ ਅਗਵਾਈ ਵਿੱਚ ਨਹੀਂ ਚੱਲਦਾ, ਹਮੇਸ਼ਾ ਭਾਵ ਆਤਰ ਰਹਿੰਦਾ, ਦੁਖੀ ਰਹਿੰਦਾ ਹੈ, ਨਾ ਉਹ ਮੋਇਆਂ ਚੋਂ ਤੇ ਨਾ ਉਹ ਜਿਉਂਦਿਆਂ ਦੇ ਵਿੱਚੋਂ। ਯਾਨੀ ਜ਼ਿੰਦਗੀ ਦੇ ਅੰਦਰ ਉਹ ਦੁਖੀ ਔਰ ਅਸ਼ਾਂਤ ਹੀ ਰਹਿੰਦਾ ਹੈ। ਮੋਇਆਂ ਚੋਂ ਤਾਂ ਨਹੀਂ ਕਿਉਂਕਿ ਸ਼ਰੀਰ ਕਰਕੇ ਜਿਉਂਦਾ ਹੈ, ਤੇ ਜਿਉਂਦਿਆਂ ਚ ਤਾਂ ਨਹੀਂ ਕਿਉਂਕਿ ਜ਼ਮੀਰ ਕਰਕੇ ਮਰਿਆ ਹੋਇਆ ਹੈ। ਸੰਤ ਕੇ ਦੋਖੀ ਕੀ ਪੁੱਜੈ ਨਾ ਆਸਾ, ਜਿਹੜੀ ਗੁਰੂ ਦੇ ਨਿੰਦਕ ਦੀ ਆਸ ਹੈ ਨਾ, ਉਹ ਕਦੇ ਪੂਰੀ ਨਹੀਂ ਹੁੰਦੀ। ਇੱਕ ਤਾਂ ਉਹਦੀ ਆਸ ਇਹ ਹੁੰਦੀ ਹੈ ਕਿ ਜੋ ਗੁਰੂ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਹੈ ਉਹਨੂੰ ਰੋਕਿਆ ਜਾਏ, ਗੁਰੂ ਦੀ ਮਹਿਮਾ ਨੂੰ ਰੋਕਿਆ ਜਾਏ। ਦੂਜੇ ਨੰਬਰ ਤੇ ਜੋ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਣ ਵਾਲੇ ਬੰਦੇ ਨੇ, ਉਹਨਾਂ ਤੇ ਊਜਾਂ ਲਾ ਕੇ ਉਹਨਾਂ ਨੂੰ ਫੇਲ ਕੀਤਾ ਜਾਏ। ਉਹਦੀ ਇਹ ਆਸ ਕਦੇ ਵੀ ਪੂਰੀ ਨਹੀਂ ਹੁੰਦੀ, ਕਿਉਂਕਿ ਜੋ ਗਿਆਨ ਹੈ, ਗਿਆਨ ਨੂੰ ਕਦੇ, ਸੱਚ ਨੂੰ ਕਦੇ ਝੁਠਲਾਇਆ ਨਹੀਂ ਜਾ ਸਕਦਾ। ਕੂੜ ਨਿਖੁੱਟੇ ਨਾਨਕਾ, ਓੜਕ ਸੱਚ ਰਹੀ। ਕੂੜ ਝੂਠ ਖਤਮ ਹੋ ਜਾਂਦਾ ਹੈ, ਸੱਚ ਨੇ ਹਮੇਸ਼ਾ ਸੱਚ ਹੀ ਰਹਿਣਾ ਹੁੰਦਾ ਹੈ। ਇਸ ਲਈ ਜੋ ਗੁਰੂ ਦਾ ਦੁਖੀ ਹੈ, ਗੁਰੂ ਦੇ ਉਲਟ ਬਚਨ ਕਰਨ ਵਾਲਾ ਹੈ, ਉਹਦੀ ਆਸ ਕਦੇ ਵੀ ਪੂਰੀ ਨਹੀਂ ਹੁੰਦੀ, ਬੇਸ਼ੱਕ ਜਿੰਨਾ ਮਰਜ਼ੀ ਉਹ ਯਤਨ ਕਰ ਲਵੇ। ਔਰ ਅਸੀਂ ਦੇਖਦੇ ਹਾਂ, ਯਤਨ ਕਰਕੇ ਵੇਖ ਵੀ ਲੋ, ਭਾਵੇਂ ਅਸੀਂ ਵੇਖ ਵੀ ਲਿਆ ਹੈ ਨਾ, ਜੇ ਇਮਾਨਦਾਰੀ ਨਾਲ ਸੋਚੀਏ। ਹੁਣ ਗੁਰੂ ਜੀ ਕਹਿੰਦੇ ਨੇ ਤੀਰਥ ਨਾਵਣ ਜਾਉ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਕਿ ਤੀਰਥਾਂ ਤੇ ਇਸ਼ਨਾਨ ਕਰਨ ਦੇ ਨਾਲ ਸੁਖ ਸ਼ਾਂਤੀ ਆਨੰਦ ਮੰਗਲ ਨਹੀਂ ਬਣਦਾ। ਤੀਰਥਾਂ ਤੇ ਇਸ਼ਨਾਨ ਕਰਨ ਦੇ ਨਾਲ ਹੀ ਅੰਦਰ ਇਨਸਾਨੀਅਤ ਪੈਦਾ ਨਹੀਂ ਹੁੰਦੀ। ਤੀਰਥਾਂ ਦੇ ਇਸ਼ਨਾਨ ਕਰਨ ਦੇ ਨਾਲ ਅੰਦਰ ਦੀ ਮੈਲ ਜਿਹੜੀ ਹੈ ਖਤਮ ਨਹੀਂ ਹੁੰਦੀ। ਤੇ ਜੇ ਕੋਈ ਬੰਦਾ ਯਤਨ ਕਰੇ ਜਿਹੜਾ ਗੁਰੂ ਦੇ ਇਸ ਬਚਨ ਨੂੰ ਨਹੀਂ ਮੰਨਦਾ, ਤੇ ਉਹ ਯਤਨ ਕਰੇ ਤੇ ਤੀਰਥਾਂ ਤੇ ਸਾਰੀ ਜ਼ਿੰਦਗੀ ਨਹਾਉਂਦਾ ਰਹੇ, ਤਾਂ ਕੀ ਕਦੇ ਉਹਦੀ ਆਸ ਪੂਰੀ ਹੋ ਜਾਏਗੀ ਕਿ ਬਾਹਰੋਂ ਇਸ਼ਨਾਨ ਕਰਨ ਨਾਲ ਅੰਦਰੋਂ ਮਾਨਸਿਕਤਾ ਸਾਫ਼ ਹੋ ਜਾਏਗੀ? ਇਹ ਇਤਿਹਾਸ ਕਦੇ ਵੀ ਸਿਰੇ ਨਹੀਂ ਚੜਨੀ, ਕਦੇ ਪੂਰੀ ਹੋਣੀ ਨਹੀਂ, ਕਿਉਂਕਿ ਹੋਣ ਵਾਲੀ ਨਹੀਂ ਹੈ ਨਾ। ਹੁਣ ਗੁਰੂ ਜੀ ਸਾਨੂੰ ਕਹਿੰਦੇ ਨੇ ਵੀ ਸੱਚੇ ਇਨਸਾਨ ਬਣਨਾ ਹੈ, ਸੱਚ ਬੋਲਣ ਨਾਲ ਜਾਂ ਚੰਗੀ ਜ਼ਿੰਦਗੀ ਜੀਣ ਦੇ ਨਾਲ ਸੁਖ ਸ਼ਾਂਤੀ ਮਿਲਦੀ ਹੈ। ਤੇ ਜੇ ਕੋਈ ਬੰਦਾ ਇਹ ਚਾਹੇ ਕਿ ਝੂਠ ਫਰੇਬ ਵਾਲੀ ਜ਼ਿੰਦਗੀ ਜੀ ਕੇ, ਆਚਰਣਹੀਣਤਾ ਵਾਲੀ ਜ਼ਿੰਦਗੀ ਜੀ ਕੇ, ਵਿਕਾਰ ਕਰਮ ਕਮਾ ਕੇ ਵੀ ਮੈਂ ਰੱਬ ਨੂੰ ਪਾ ਲਵਾਂ ਜਾਂ ਮੈਂ ਦੁਨੀਆ ਮਾਨ ਆਦਰ ਹਾਸਲ ਕਰ ਲਵਾਂ, ਕੀ ਇਹ ਆਸ ਪੂਰੀ ਹੋਈ? ਕਦੇ ਵੀ ਨਹੀਂ ਹੋਣੀ, ਕਿਉਂਕਿ ਸੱਚ ਨੇ ਤੇ ਸੱਚ ਰਹਿਣਾ ਨਾ, ਕਦੇ ਵੀ ਸੱਚ ਨੂੰ ਖਤਮ ਨਹੀਂ ਕੀਤਾ ਜਾ ਸਕਦਾ, ਪਹਿਲੀ ਗੱਲ। ਤੇ ਦੂਜੀ ਗੱਲ ਇਹ ਹੈ ਕਿ ਜਿਹੜਾ
ਸੰਤ ਦੇ ਨਿੰਦਕ ਯਾਨੀ ਗੁਰੂ ਦਾ ਜੋ ਨਿੰਦਕ ਹੈ ਉਹਦੇ ਅੰਦਰ ਜੋ ਆਸਾ ਹੈ ਕਿ ਸ਼ਾਇਦ ਮੈਂ ਇਹ ਕਰਮ ਕਰ ਕਰਕੇ ਸੁਖੀ ਹੋ ਜਾਵਾਂ, ਤਾਂ ਇਹ ਆਸ ਵੀ ਕਦੇ ਪੂਰੀ ਨਹੀਂ ਹੋਣੀ। संत का दोखी उठ चले निराशा। जो गुरु ਦੀ ਨਿੰਦਿਆ ਕਰਦਾ ਹੈ, ਗੁਰੂ ਦੇ ਸਿਧਾਂਤਾਂ ਤੋਂ ਉਲਟ ਹੈ, ਉਹ ਨਿਰਾਸ਼ ਹੀ ਚਲਾ ਜਾਂਦਾ ਹੈ। ਇਹ ਦੁਨੀਆ ਚੋਂ ਨਿਰਾਸ਼ ਚਲਾ ਜਾਂਦਾ, ਉਹਦੀ ਕੋਈ ਆਸ ਪੂਰੀ ਨਹੀਂ ਹੁੰਦੀ। ਸਰੀਰ ਉਹਦਾ ਖਤਮ ਹੋ ਜਾਂਦਾ ਹੈ ਲੇਕਿਨ ਉਹਦੀ ਕੋਈ ਆਸ ਪੂਰੀ ਨਹੀਂ ਹੁੰਦੀ। ਔਰ ਐਸਾ ਇਨਸਾਨ ਜ਼ਮੀਰ ਕਰਕੇ ਵੀ ਮਰ ਜਾਂਦਾ ਹੈ, ਆਤਮਕ ਮੌਤ ਵੀ ਸਹਿੜ ਲੈਂਦਾ ਹੈ ਤੇ ਉਹਦੀਆਂ ਆਸ਼ਾਵਾਂ ਵੀ ਪੂਰੀਆਂ ਨਹੀਂ ਹੁੰਦੀਆਂ। ਇਸ ਲਈ ਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਦਾ ਯਤਨ ਕਰਨਾ ਹੈ। ਗੁਰੂ ਦੇ ਦੱਸੇ ਰਾਹਾਂ ਤੋਂ ਉਲਟ ਚੱਲ ਕੇ ਕਦੇ ਵੀ ਸਾਡੀਆਂ ਆਸ਼ਾਵਾਂ ਪੂਰੀਆਂ ਨਹੀਂ ਹੋ ਸਕਦੀਆਂ। ਸਗੋਂ ਬੰਦਾ ਆਸਾਵਾਂ ਉਮੀਦਾਂ ਦੇ ਅੰਦਰ ਹੀ ਸਾਰੀ ਜ਼ਿੰਦਗੀ ਉਲਝਿਆ ਰਹਿੰਦਾ ਹੈ ਔਰ ਇਸ ਸੰਸਾਰ ਤੋਂ ਨਿਰਾਸ਼ ਹੋ ਕੇ ਚਲਾ ਜਾਂਦਾ ਹੈ, ਦੁਖੀ ਹੁੰਦਾ ਹੈ ਔਰ ਦੁਖੀ ਹੋ ਕੇ ਆਤਮਕ ਮੌਤ ਸਹਿੜ ਲੈਂਦਾ ਹੈ। ਸੰਤ ਹੈ ਦੁਖ ਨਾ ਤ੍ਰਿਸ਼ਟੈ ਕੋਇ। ਤ੍ਰਿਸ਼ਟੈ ਦਾ ਮਤਲਬ ਹੁੰਦਾ ਹੈ ਰਜਣਾ, ਦੁੱਖ ਦਾ ਮਤਲਬ ਨਿੰਦਿਆ। ਗੁਰੂ ਦੀ ਖਿਲਾਫਤ ਕੀਤਿਆਂ, ਗੁਰੂ ਦੀ ਨਿੰਦਿਆ ਕਰਨ ਦੇ ਨਾਲ ਕਦੇ ਵੀ ਇਸ ਨਿੰਦਿਆ ਦੀ ਤ੍ਰਿਸ਼ਨਾ ਤੋਂ ਬੰਦਾ ਰਾਜਦਾ ਨਹੀਂ, ਉਹਦੀ ਕਦੇ ਵੀ ਤ੍ਰਿਪਤੀ ਨਹੀਂ ਹੁੰਦੀ, ਕਦੇ ਉਹਦੇ ਅੰਦਰ ਸੈਟੀਸਫੈਕਸ਼ਨ ਨਹੀਂ ਆਉਂਦਾ, ਉਹਨੂੰ ਸੰਤੋਖ ਨਹੀਂ ਆਉਂਦਾ। ਉਸ ਬੰਦੇ ਦੀ ਤ੍ਰਿਸ਼ਨਾ ਦੀ ਅੱਗ ਕਦੇ ਬੁਝਦੀ ਨਹੀਂ, ਵਿਕਾਰਾਂ ਦੀ ਅੱਗ ਬੁਝਦੀ ਨਹੀਂ, ਕਿਉਂਕਿ ਉਹਨੇ ਸੱਚ ਦਾ ਤਿਆਗ ਕਰ ਦਿੱਤਾ ਹੈ। ਤੇ ਕਦੇ ਵੀ ਗੁਰਮਤ ਦੇ ਉਲਟ ਬੋਲ ਬੋਲ ਕੇ ਉਹਨੂੰ ਰਜੇਵਾਂ ਕਦੇ ਵੀ ਨਹੀਂ ਆਉਂਦਾ। ਯਾਨੀ ਜੇ ਅਸੀਂ ਗੁਰੂ ਦੀ ਬਾਣੀ ਤੋਂ ਉਲਟ ਬੋਲਦੇ ਹਾਂ, ਗੁਰੂ ਦੀ ਪਾਵਨ ਬਾਣੀ ਤੋਂ ਉਲਟ ਸੋਚਦੇ ਹਾਂ, ਗੁਰੂ ਦੀ ਪਾਵਨ ਬਾਣੀ ਤੋਂ ਉਲਟ ਜ਼ਿੰਦਗੀ ਜੀਂਦੇ ਹਾਂ, ਤਾਂ ਕਦੇ ਵੀ ਰਜੇਵਾਂ ਆ ਹੀ ਨਹੀਂ ਸਕਦਾ। ਕਿਵੇਂ ਆਏਗਾ? ਨਿਯਮ ਨਹੀਂ ਹੈ ਨਾ। ਰਜੇਵੇਂ ਵਾਸਤੇ ਕੁਝ ਰਿਕੁਆਇਰਮੈਂਟਸ ਨੇ, ਉਹ ਰਿਕੁਆਇਰਮੈਂਟ ਪੂਰੀਆਂ ਕਰਨੀਆਂ ਪੈਣਗੀਆਂ ਤਾਂ ਹੀ ਹੈ ਨਾ। ਤਾਂ ਇਸ ਤਰ੍ਹਾਂ ਜੋ ਗੁਰੂ ਦਾ ਨਿੰਦਕ ਹੈ, ਗੁਰੂ ਦਾ ਦੋਖੀ ਹੈ, ਗੁਰੂ ਦੀ ਦੂਖਨਾ ਦੇ ਨਾਲ, ਗੁਰੂ ਦੀ ਨਿੰਦਿਆ ਨਾਲ, ਗੁਰੂ ਗਿਆਨ ਦੇ ਖਿਲਾਫ ਜਾਣ ਦੇ ਨਾਲ ਕਦੇ ਵੀ ਬੰਦੇ ਨੂੰ ਸੰਤੁਸ਼ਟੀ ਨਹੀਂ ਮਿਲਦੀ। ਜੈਸਾ ਭਾਵ ਹੈ ਤੈਸਾ ਕੋਈ ਹੋਏ। ਜਿਵੇਂ ਦਾ ਕਿਸੇ ਨੂੰ ਭਾਉਂਦਾ ਹੈ ਉਵੇਂ ਦਾ ਬੰਦਾ ਹੋ ਜਾਂਦਾ। ਇਹ ਹੁਣ ਸਾਡੇ ਤੇ ਡਿਪੈਂਡ ਕਰੇਗਾ। ਜੈਸਾ ਭਾਵ ਹੈ ਕਿ ਜਿਹੋ ਜਿਹਾ ਭਾਉਂਦਾ ਹੈ, ਜੋ ਚੰਗਾ ਲੱਗਦਾ ਹੈ, ਐਸਾ ਕੋਈ ਹੋਏ ਵੈਸਾ ਹੀ ਹੋ ਜਾਂਦਾ। ਦੇਖੋ, ਜੇ ਸੱਚ ਪਿਆਰਾ ਲੱਗਦਾ ਹੈ, ਮੰਨ ਲਓ ਸਪੋਜ਼ ਨੂੰ ਸੱਚ ਪਿਆਰਾ ਲੱਗਦਾ ਹੈ, ਅਸੀਂ ਸੱਚ ਬੋਲਦੇ ਹਾਂ, ਸੱਚ ਸੁਣਦੇ ਹਾਂ, ਸੱਚ ਵੇਖਦੇ ਹਾਂ, ਸੱਚ ਕਮਾਉਂਦੇ ਹਾਂ ਤੇ ਅਸੀਂ ਸੱਚਿਆਰ ਹੋ ਜਾਵਾਂਗੇ ਕਿਉਂਕਿ ਸੱਚ ਸਾਨੂੰ ਪਿਆਰਾ ਲੱਗਿਆ। ਤੇ ਜੇ ਸਾਨੂੰ ਝੂਠ ਪਿਆਰਾ ਲੱਗਦਾ ਹੈ, ਝੂਠ ਭਾਉਂਦਾ ਹੈ, ਅਸੀਂ ਝੂਠ ਬੋਲਦੇ ਹਾਂ, ਝੂਠ ਸੁਣਦੇ ਹਾਂ, ਝੂਠੇ ਕਰਮ ਕਰਦੇ ਹਾਂ, ਤਾਂ ਅਸੀਂ ਕੂੜਿਆਰ ਹੋ ਜਾਵਾਂਗੇ। ਜੇ ਅਸੀਂ ਦਇਆ ਕਰਦੇ ਹਾਂ, ਦਇਆ ਚੰਗੀ ਲੱਗਦੀ ਹੈ, ਅਸੀਂ ਦਇਆਵਾਨ ਬਣ ਜਾਵਾਂਗੇ। ਜੇ ਨਿਰਦਇਆ ਚੰਗੀ ਲੱਗਦੀ ਹੈ, ਅਸੀਂ ਨਿਰਦਈ ਹੋ ਜਾਵਾਂਗੇ। ਸਾਨੂੰ ਚੰਗਾ ਕੀ ਲੱਗਦਾ ਹੈ ਇਹਦੇ ਤੇ ਡਿਪੈਂਡ ਕਰੇਗਾ ਨਾ। ਹੁਣ ਜੇ ਸਾਨੂੰ ਰੱਬੀ ਗੁਣ ਚੰਗੇ ਲੱਗਣ, ਗੁਰੂ ਦਾ ਗਿਆਨ ਚੰਗਾ ਲੱਗੇ, ਗੁਰੂ ਦੀ ਵਿਚਾਰਧਾਰਾ ਚੰਗੀ ਲੱਗੇ, ਤਾਂ ਅਸੀਂ ਗੁਰੂ ਕੇ ਸਿੱਖ ਹੋ ਜਾਵਾਂਗੇ, ਅਸੀਂ ਰੱਬ ਦੇ ਪਿਆਰੇ ਹੋ ਜਾਵਾਂਗੇ, ਅਸੀਂ ਰੱਬ ਦੇ ਅੰਦਰ ਲੀਨ ਹੋ ਜਾਵਾਂਗੇ, ਰੱਬ ਵਰਗੇ ਹੋ ਜਾਵਾਂਗੇ, ਕਿਉਂਕਿ ਸਾਨੂੰ ਰਾਹ ਹੀ ਇਹ ਚੰਗਾ ਲੱਗਦਾ। ਤੇ ਜੇ ਹੁਣ ਸਾਨੂੰ ਚੰਗੇ ਲੱਗਣ ਜੋਤਸ਼ੀ, ਤਾਂ ਫਿਰ ਅਸੀਂ ਮੰਗਲ ਸ਼ਨੀ ਦੀ ਪੂਜਾ ਕਰਦੇ ਫਿਰਾਂਗੇ, ਫਿਰ ਅਸੀਂ ਉਹੋ ਜਿਹੇ ਹੋ ਜਾਵਾਂਗੇ। ਜੇ ਸਾਨੂੰ ਚੰਗੇ ਲੱਗਣ ਬਾਬੇ, ਤਾਂ ਫਿਰ ਅਸੀਂ ਗੁਰਮਤ ਨੂੰ ਛੱਡ ਕੇ ਉਸ ਰਾਹ ਤੁਰਾਂਗੇ ਤੇ ਅਸੀਂ ਉਹੋ ਜਿਹੇ ਹੋ ਜਾਵਾਂਗੇ। ਜਿਹੜੀ ਚੀਜ਼ ਚੰਗੀ ਲੱਗੇਗੀ ਅਸੀਂ ਉਵੇਂ ਦੇ ਹੋ ਜਾਵਾਂਗੇ ਨਾ। ਜੇ ਕਿਸੇ ਨੂੰ ਡਾਕਟਰ ਬਣਨਾ ਚੰਗਾ ਲੱਗਦਾ ਉਹ ਡਾਕਟਰ ਬਣ ਜਾਏਗਾ, ਇੰਜੀਨੀਅਰ ਬਣਨਾ ਚੰਗਾ ਲੱਗਦਾ ਹੈ ਇੰਜੀਨੀਅਰ ਬਣ ਜਾਏਗਾ। ਜੇ ਕਿਸੇ ਨੂੰ ਵਿਹਲਾ ਰਹਿਣਾ ਚੰਗਾ ਲੱਗਦਾ ਹੈ ਤੇ ਵਿਹਲਾ ਪਿਆਰ ਉਸ ਤਰ੍ਹਾਂ ਦਾ ਹੋ ਜਾਏਗਾ। ਜੈਸਾ ਭਾਵ ਹੈ ਤੈਸਾ ਕੋਈ ਹੋਏ। ਪਿਆ ਕਿਰਤ ਨਾ ਮੇਟੇ ਕੋਏ। ਪਿਆ ਕਿਰਤ ਦਾ ਮਤਲਬ ਪਿਛਲੇ ਕੀਤੇ ਮੰਦੇ ਚੰਗੇ ਕੰਮਾਂ ਦਾ ਕੱਟ। ਪਿਆ ਕਿਰਤ ਦਾ ਮਤਲਬ ਹੁਣ ਤੱਕ, ਮੇਰੀ ਏਜ 60 ਸਾਲ ਹੈ, ਤਾਂ ਹੁਣ ਤੱਕ ਜੋ 60 ਸਾਲ ਤੱਕ ਜੈਸੇ ਮੈਂ ਕਰਮ ਕੀਤੇ ਨੇ ਚੰਗੇ ਜਾਂ ਮਾੜੇ, ਜੋ ਮੇਰੇ ਅੰਦਰ ਸੰਸਕਾਰ ਬਣੇ ਨੇ,
ਜੋ ਮੇਰਾ ਸੁਭਾਅ ਬਣ ਗਿਆ ਹੁਣ ਇਸ ਸੁਭਾਅ ਨੂੰ ਕੋਈ ਮੇਟ ਨਹੀਂ ਸਕਦਾ। ਜਿਹੜਾ ਮੇਰਾ ਸੁਭਾਅ ਬਣ ਗਿਆ 60 ਸਾਲ ਦੇ ਅੰਦਰ, ਪਹਿਲੀ ਗੱਲ ਇਸ ਸੁਭਾਅ ਨੂੰ ਕੋਈ ਬਦਲ ਨਹੀਂ ਸਕਦਾ। ਜੇ ਕੋਈ ਚਾਹੇ ਕਿ ਮੰਤਰ ਮਾਰ ਕੇ ਬਦਲ ਦੇਵੇ, ਜੇ ਕੋਈ ਬਾਬਾ ਚਾਹੇ ਕਿ ਮਤਲਬ ਆਸ਼ੀਰਵਾਦ ਦੇ ਕੇ ਬਦਲ ਦੇਵੇ, ਤਾਂ ਕੋਈ ਬਦਲ ਨਹੀਂ ਸਕਦਾ। ਸਿਸਟਮ ਹੈ ਨਾ, ਪਹਿਲੀ ਗੱਲ। ਦੂਜੀ ਗੱਲ, ਜਿਹੜੇ ਮੈਂ ਕਰਮ ਕਰ ਬੈਠਾ ਹਾਂ, ਜੋ ਮੈਂ ਕਿਸੇ ਨੂੰ ਮੰਦੇ ਬੋਲ ਬੈਠਾ ਹਾਂ, ਤਾਂ ਉਹਨਾਂ ਬੋਲਾਂ ਨੂੰ ਮੈਂ ਹੁਣ ਕਿਵੇਂ ਬਦਲ ਸਕਣਾ? ਉਹ ਬਦਲੇ ਨਹੀਂ ਜਾ ਸਕਦੇ। ਹਾਂ, ਇਹ ਹੋ ਸਕਦਾ ਹੈ ਮੈਂ ਮੁਆਫੀ ਮੰਗ ਲਵਾਂ, ਅੱਗੇ ਤੋਂ ਮੈਂ ਠੀਕ ਕਰਮ ਕਰਨਾ ਸ਼ੁਰੂ ਕਰ ਦਿਆਂ, ਉਹ ਇੱਕ ਵੱਖਰਾ ਟੌਪਿਕ ਹੈ। ਪਰ ਜਿਹੜੇ ਪਿਛਲੇ ਮੰਦੇ ਬੋਲ ਬੈਠਾ, ਉਹ ਤਾਂ ਵਾਪਸ ਨਹੀਂ ਨਾ ਹੋ ਸਕਦੇ। ਜ਼ਬਾਨ ਚੋਂ ਨਿਕਲੇ ਬੋਲ ਤੇ ਕਮਾਨ ਚੋਂ ਨਿਕਲਿਆ ਤੀਰ ਕਦੇ ਵਾਪਸ ਨਹੀਂ ਨਾ ਹੁੰਦਾ। ਇਸ ਲਈ ਸਾਨੂੰ ਪਹਿਲਾਂ ਹੀ ਹਰ ਕੰਮ ਸੋਚ ਕੇ ਕਰਨਾ ਚਾਹੀਦਾ ਹੈ। ਜਿਵੇਂ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਈ ਸੀ, ਮੈਂ ਥੋੜੀ ਜਿਹੀ ਰਿਪੀਟ ਫਿਰ ਕਰ ਦਿਆਂ। ਕੋਈ ਬੱਚਾ ਬੜਾ ਕ੍ਰੋਧੀ ਸੀ, ਬੜਾ ਮਾੜਾ ਕੰਮ ਕਰਦਾ ਸੀ, ਰੋਜ਼ ਕੋਈ ਨਾ ਕੋਈ ਉਲਾਮਾ ਲਿਆਉਂਦਾ ਸੀ, ਤੇ ਪਿਓ ਨੇ ਉਹਨੂੰ ਬੜਾ ਸਮਝਾਇਆ, ਲੇਕਿਨ ਉਹ ਮੰਨਿਆ ਨਹੀਂ। ਆਖਿਰ ਪਿਓ ਵੀ ਮਨੋਵਿਗਿਆਨੀ ਸੀ, ਉਹਨੇ ਕੰਮ ਕੀਤਾ। ਕਹਿਣ ਲੱਗਾ, ਬੇਟਾ ਤੂੰ ਇੰਜ ਕਰ ਵੀ ਜੇ ਤੇਰਾ ਨਹੀਂ ਨਾ ਸਰਦਾ ਤੇ ਤੂੰ ਇਸ ਤਰ੍ਹਾਂ ਕਰਿਆ ਕਰ ਵੀ ਜਦੋਂ ਵੀ ਤੂੰ ਕਿਸੇ ਦਾ ਦਿਲ ਦੁਖਾਏ, ਕੋਈ ਮਾੜਾ ਕੰਮ ਕਰਕੇ, ਮੈਂ ਤੈਨੂੰ ਰੋਕਦਾ ਨਹੀਂ, ਪਰ ਇੱਕ ਨਿੱਕੀ ਜਿਹੀ ਗੱਲ ਮੇਰੀ ਵੀ ਮੰਨ ਲੈ। ਤੂੰ ਲੋਕਾਂ ਨੂੰ ਗਾਲਾਂ ਕੱਢਦਾ ਰਹੋ, ਸ਼ਰਾਬਾਂ ਪੀਂਦਾ ਰਹੋ, ਪਰ ਇੱਕ ਕੰਮ ਕਰ ਵੀ ਇੱਕ ਕਿੱਲ ਲੈ ਕੇ ਠੋਕ ਦਿਆ ਕਰ। ਸ਼ਤੀਰ ਪਿਆ ਹੈ ਆਪਣੇ ਅੰਦਰ, ਜਦੋਂ ਕੋਈ ਮਾੜਾ ਕੰਮ ਕਰੇ ਤੇ ਕਿੱਲ ਠੋਕ ਦਿਆ ਕਰ। ਇੱਥੇ ਇਹਨਾਂ ਕੰਮ ਤੇ ਕਰ ਲੈ, ਮੇਰੀ ਇੰਨੀ ਗੱਲ ਤਾਂ ਮੰਨ ਲੈ। ਜਦੋਂ ਕਿਸੇ ਦਾ ਦਿਲ ਦੁਖਾ ਕੇ ਆਇਆ ਨਾ, ਇੱਥੇ ਕਿੱਲ ਠੋਕ ਦਿਆ ਕਰ। ਬੇਟੇ ਨੇ ਕਿਹਾ, ਚਲੋ ਠੀਕ ਹੈ, ਮੈਨੂੰ ਕਿਹੜਾ ਬਦਲਣਾ ਪੈਣਾ ਕਿੱਲ ਠੋਕਣ ਚ। ਕਿ ਉੱਥੇ ਪਿਓ ਨੇ ਕਿੱਲ ਰੱਖ ਤੇ ਦਾਬੜਾ ਭਰ ਕੇ ਨਾਲ ਹਥੌੜੀ ਰੱਖ ਦਿੱਤੀ। ਬੱਚਾ ਜਦੋਂ ਵੀ ਕੋਈ ਕੰਮ ਗਲਤ ਕਰਕੇ ਆਵੇ ਤੇ ਕਿੱਲ ਠੋਕੇ, ਤੇ ਜਦੋਂ ਕਿੱਲ ਠੋਕ ਕੇ ਤੂੰ ਗਿਣੇ ਕਿ ਅੱਜ 15 ਕਿੱਲ ਠੋਕੇ ਨੇ, 20 ਠੋਕੇ ਨੇ, 12 ਠੋਕੇ ਨੇ। ਬੱਚੇ ਦੇ ਮਨ ਦੇ ਵਿੱਚ ਆਈ, ਯਾਰ ਮੈਂ ਇੰਨੇ ਬੁਰੇ ਕੰਮ ਕਰਨਾ, ਦਿਨ ਦੇ ਵਿੱਚ 15 ਬੰਦਿਆਂ ਦਾ ਦਿਲ ਦੁਖਾਇਆ, ਅੱਜ ਮੈਂ 20 ਬੰਦਿਆਂ ਦਾ ਦਿਲ ਦੁਖਾਇਆ। ਇਹ ਹੌਲੇ ਹੌਲੇ ਬਦਲਣਾ ਸ਼ੁਰੂ ਹੋ ਗਿਆ ਤੇ ਇਹਦੇ ਸੁਭਾਅ ਦੇ ਅੰਦਰ ਤਬਦੀਲੀ ਆਈ। ਹੌਲੇ ਹੌਲੇ 10 ਕਿੱਲ, ਫਿਰ 8, ਫਿਰ 7, 5, 4, 3, 2, 1, ਤੇ ਇੱਕ ਦਿਨ ਐਸਾ ਆਇਆ ਕਿ ਇਹਦਾ ਸੁਭਾਅ ਬਦਲ ਗਿਆ। ਇਹਨੇ ਹੁਣ ਕਿੱਲ ਠੋਕਣੇ ਬੰਦ ਕਰ ਦਿੱਤੇ ਤੇ ਇਹਨੇ ਆਪਣੇ ਪਿਓ ਨੂੰ ਫਤਿਹ ਬੁਲਾਈ ਤੇ ਕਹਿਣ ਲੱਗਾ, ਪਿਤਾ ਜੀ ਧੰਨਵਾਦ ਤੁਹਾਡਾ ਕਿ ਤੁਹਾਡਾ ਮੈਨੂੰ ਗਾਈਡ ਕਰਨ ਦਾ ਢੰਗ ਬਹੁਤ ਚੰਗਾ ਸੀ। ਮੈਨੂੰ ਸਮਝ ਆ ਗਈ ਕਿ ਮੈਂ ਕਿੰਨੇ ਲੋਕਾਂ ਦਾ ਦਿਲ ਦੁਖਾਨਾ ਵਾਂ, ਤੇ ਮੇਰਾ ਸੁਭਾਅ ਬਿਲਕੁਲ ਬਦਲ ਗਿਆ। ਹੁਣ ਮੈਂ ਕਿਸੇ ਦਾ ਦਿਲ ਨਹੀਂ ਦੁਖਾਉਂਦਾ, ਹੁਣ ਮੈਂ ਕਿੱਲ ਠੋਕਣੇ ਬੰਦ ਕਰ ਦਿੱਤੇ ਨੇ। ਪਿਤਾ ਸਿਆਣਾ ਸੀ, ਕਹਿਣ ਲੱਗਾ, ਬੇਟਾ ਹੁਣ ਇੱਕ ਛੋਟਾ ਜਿਹਾ ਕੰਮ ਹੋਰ ਕਰ। ਆ ਮੈਂ ਇੱਥੇ ਰੱਖ ਦਿੱਤਾ ਪਲਾਸ, ਤੇ ਇੱਕ ਨਾ ਚੰਗਾ ਕਰਿਆ ਕਰ। ਮੈਂ ਨਹੀਂ ਕਹਿੰਦਾ ਤੈਨੂੰ ਕਰ, ਹੁਣ ਇੰਜ ਕਰੀ ਵੀ ਜਦੋਂ ਕੋਈ ਚੰਗਾ ਕੰਮ ਕਰਕੇ ਆਏ ਨਾ, ਕਿਸੇ ਨੂੰ ਸੁੱਖ ਦਵੇਂ, ਖੁਸ਼ੀ ਦਵੇਂ, ਤੇ ਉਦੋਂ ਆਣ ਕੇ ਇੱਕ ਕਿੱਲ ਪੁੱਟ ਦਿਆ ਕਰ। ਜਦੋਂ ਕਿਸੇ ਨੂੰ ਖੁਸ਼ੀ ਦੇ ਕੇ ਆਏ, ਇੱਕ ਕਿੱਲ ਪੁੱਟ ਦਿਆ ਕਰ। ਬੱਚੇ ਨੇ ਇੱਕ ਦਿਨ ਕਿਸ ਦਾ ਬਜ਼ੁਰਗ ਦਾ ਬੈਗ ਚੁੱਕ ਕੇ ਸੜਕ ਤੋਂ ਪਾਰ ਕਰਾਇਆ, ਬਜ਼ੁਰਗ ਨੇ ਬੜੀਆਂ ਆਸ਼ੀਸ਼ਾਂ ਦਿੱਤੀਆਂ, ਤੇ ਬੱਚੇ ਨੇ ਆਣ ਕੇ ਕਿੱਲ ਪੁੱਟਿਆ। ਤੇ ਬੱਚੇ ਨੂੰ ਬੜੀ ਖੁਸ਼ੀ ਹੋਈ ਕਿ ਦੇਖੋ, ਇੱਕ ਬਾਪੂ ਦਾ ਮੈਂ ਬੈਗ ਪਰਾਂ ਮੈਂ ਸੜਕ ਤੋਂ ਪਾਰ ਕਰਾ ਕੇ ਆਇਆ, ਕਿੰਨਾ ਬਾਪੂ ਖੁਸ਼ ਹੋਇਆ, ਕਿੰਨੀਆਂ ਆਸ਼ੀਸ਼ਾਂ ਦਿੱਤੀਆਂ, ਕਿੰਨਾ ਪਿਆਰ ਕੀਤਾ ਹੈ। ਇਹਦਾ ਮਤਲਬ ਜੇ ਮੈਂ ਚੰਗੇ ਕੰਮ ਕਰਾਂਗਾ ਤੇ ਮੈਨੂੰ ਪਿਆਰ ਮਿਲੇਗਾ। ਹੌਲੇ ਹੌਲੇ ਇਹਨੇ ਲੋਕਾਂ ਦੀ ਹੈਲਪ ਕਰਨੀ ਸ਼ੁਰੂ ਕਰ ਦਿੱਤੀ, 1 ਦੀ, 2 ਦੀ, 4 ਦੀ, ਤੇ ਉਹਨੇ ਕਿੱਲ ਪੁੱਟ ਦੇਣੇ। ਤੇ ਇੱਕ ਦਿਨ ਐਸਾ ਆਇਆ, ਸਾਰੇ ਕਿੱਲ ਪੁੱਟੇ ਗਏ, ਜਿੰਨੇ ਵੀ ਮਾੜੇ ਕੰਮ ਕੀਤੇ ਸਨ ਉਹ ਸਾਰੇ ਪੁੱਟੇ ਗਏ, ਤੇ ਬੱਚਾ ਬੜਾ ਖੁਸ਼ ਹੋਇਆ। ਹੁਣ ਚੰਗੇ ਕੰਮ ਕਰਨ ਲੱਗ ਪਿਆ ਤੇ ਆਪਣੇ ਪਿਓ ਨੂੰ ਕਹਿਣ ਲੱਗਾ, ਪਿਤਾ ਜੀ ਧੰਨਵਾਦ ਤੁਹਾਡਾ, ਗਾਈਡ ਕਰਨ ਦਾ ਢੰਗ ਬਹੁਤ ਚੰਗਾ ਸੀ, ਤੇ ਪਿਤਾ ਜੀ ਮੈਂ ਸਾਰੇ ਕਿੱਲ ਪੁੱਟ ਦਿੱਤੇ ਨੇ। ਹੁਣ ਪਿਤਾ ਆਪਣੇ ਬੱਚੇ ਨੂੰ ਇਸ ਕਮਰੇ ਵਿੱਚ ਲੈ ਕੇ ਗਿਆ ਜਿੱਥੇ ਛਤੀਰ ਪਿਆ ਸੀ, ਪੁੱਟੇ ਹੋਏ ਕਿੱਲ ਪਏ ਸਨ। ਕਹਿਣ ਲੱਗਾ, ਬੇਟਾ ਕਿੱਥੇ ਠੋਕੇ ਸਨ ਕਿੱਲ? ਕਹਿੰਦਾ, ਬਾਪੂ ਆ ਦੇਖ, ਇੰਨੀਆਂ ਮੂਰੀਆਂ ਸਾਰੀਆਂ ਕਿੱਲਾਂ ਦੀਆਂ ਨੇ, ਚੰਗੇ ਕੰਮ ਕਰਕੇ ਪੁੱਟ ਦਿੱਤੇ ਨੇ। ਕਹਿੰਦਾ, ਬੇਟਾ ਬੁਰੇ ਕੰਮ ਕਰਕੇ ਤੂੰ ਕਿੱਲ ਠੋਕ ਦਿੱਤੇ, ਚੰਗੇ ਕੰਮ ਕਰਕੇ ਤੂੰ ਕਿੱਲ ਪੁੱਟ ਦਿੱਤੇ। ਹੁਣ ਕੋਈ ਇਹੋ ਜਿਹਾ ਤਰੀਕਾ ਹੈ ਕਿ ਇਹ ਜਿਹੜੇ ਲੱਕੜ ਦੇ ਵਿੱਚ ਛੇਕ ਹੋ ਗਏ ਨੇ, ਇਹ ਭਰੇ ਜਾਣ?
ਇਹ ਜਿਹੜੇ ਛੇਕ ਹੋ ਗਏ ਨੇ ਇਹ ਭੇਜ ਕੋਈ ਤਰੀਕਾ ਹੈ? ਬੇਟਾ ਕਹਿਣ ਲੱਗਾ ਨਹੀਂ, ਔਰ ਹਕੀਕਤ ਤੇ ਕੋਈ ਤਰੀਕਾ ਨਹੀਂ। ਹੁਣ ਮੈਂ ਗਲਤ ਕੰਮ ਕਰਕੇ ਚੰਗੇ ਕੰਮ ਕਰ ਵੀ ਲਵਾਂ, ਪਰ ਜਿਨ੍ਹਾਂ ਦੇ ਹਿਰਦੇ ਵਿੱਚ ਮੈਂ ਕਿਲ ਠੋਕ ਬੈਠਾ ਉਹਨਾਂ ਦੇ ਛੇਕ ਪੂਰੇ ਕਿਵੇਂ ਕਰਾਂ? ਉਹਨਾਂ ਦੇ ਛੇਕ ਕਿਵੇਂ ਪੂਰੇ ਹੋਣਗੇ? ਉਹਨਾਂ ਨੂੰ ਮੈਂ ਕਿਵੇਂ ਸਾਂਤਵਨਾ ਦੇਵਾਂ? ਜਿਸ ਬੱਚੀ ਦੀ ਮੈਂ ਗੱਲ ਕਰ ਰਿਹਾ, ਹੁਣ ਉਹ ਜਿਹੜੇ ਐਸੇ ਕਰਮ ਕਰਨ ਵਾਲੇ ਨੇ ਜੇ ਮਾਫੀਆਂ ਮੰਗਦੇ ਫਿਰਨ ਤੇ ਕੀ ਉਹਨਾਂ ਦੀ ਬੇਟੀ ਵਾਪਸ ਆ ਜਾਏਗੀ, ਜਾਂ ਉਸ ਬੱਚੀ ਦੀ ਇੱਜ਼ਤ ਜਾਂ ਉਹਦੀ ਜ਼ਬਾਨ ਵਾਪਸ ਆ ਸਕਦੀ ਹੈ? ਕੀ ਉਹ ਛੇਕ ਭਰਿਆ ਜਾ ਸਕਦਾ ਹੈ ਜਿਹਦੇ ਹਿਰਦੇ ਨੂੰ ਇੰਨੀ ਠੇਸ ਪਹੁੰਚਾਈ ਹੈ ਕਿ ਉਹਨੂੰ ਤੁਸੀਂ ਸ਼ਾਂਤ ਕਰ ਸਕਦੇ ਹੋ? ਨਹੀਂ ਨਾ। ਤਾਂ ਫਿਰ ਕੋਈ ਵੀ ਕੰਮ ਕਰਨ ਤੋਂ ਪਹਿਲਾਂ 1000 ਵਾਰ ਸੋਚੋ। ਜੇ ਬੰਦਾ ਇਹ ਚੀਜ਼ਾਂ ਸੋਚ ਲਵੇ ਤਾਂ ਸ਼ਾਇਦ ਇਹ ਦੁਨੀਆ ਬਦਲ ਸਕਦੀ ਹੈ, ਪਰ ਇਸ ਪਾਸੇ ਬੰਦਾ ਸੋਚਦਾ ਹੀ ਨਹੀਂ। ਪਿਆ ਕਿਰਤ ਨਾ ਮੇਟੇ ਕੋਈ। ਗੁਰੂ ਜੀ ਕਹਿੰਦੇ ਨੇ ਜੋ ਉਹਦੇ ਪਿਛਲੀ ਕਮਾਈ ਹੈ ਨਾ, ਪਿਛਲੇ ਜੀਵਨ ਦੀ, ਮਾੜੇ ਕਰਮਾਂ ਦੀ, ਉਹਦਾ ਜੋ ਸੁਭਾਅ ਬਣ ਚੁੱਕਾ ਹੈ, ਉਹਨੂੰ ਕੋਈ ਹੋਰ ਮਿਟਾ ਨਹੀਂ ਸਕਦਾ। ਉਹਨਾਂ ਨੂੰ ਮਿਟਾ ਨਹੀਂ ਸਕਦਾ। ਨਾਨਕ ਜਾਣੈ ਸੱਚਾ ਸੋਏ। ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਸ ਭੇਤ ਨੂੰ ਸਿਰਫ ਸੱਚਾ ਰੱਬ ਜਾਣਦਾ ਹੈ। ਸੱਚਾ ਰੱਬ ਜਾਣਦਾ ਹੈ। ਸਾਡਾ ਸੁਭਾਅ ਬਦਲ ਸਕਦਾ ਹੈ ਜੇ ਅਸੀਂ ਰੱਬੀ ਹੁਕਮ ਦੇ ਵਿੱਚ ਤੁਰੀਏ। ਜੇ ਅੱਜ ਅਸੀਂ ਯੂ ਟਰਨ ਲੈਣਾ ਚਾਹੀਏ ਤਾਂ ਲੈ ਸਕਦੇ ਹਾਂ, ਪਰ ਇਹ ਜਿਹੜਾ ਸੁਭਾਅ ਬਦਲਣਾ ਹੈ ਇਹ ਗੁਰੂ ਦੇ ਦੱਸੇ ਰਾਹ ਤੇ ਤੁਰਿਆ ਬਦਲੇਗਾ, ਰੱਬ ਦੇ ਸਿਸਟਮ ਦੇ ਅੰਦਰ ਬਦਲੇਗਾ। ਜੇ ਕੋਈ ਇਹ ਕਹੇ ਕਿ ਰੱਬੀ ਹੁਕਮ ਤੋਂ ਬਿਨਾ, ਸਿਸਟਮ ਤੋਂ ਬਿਨਾ ਜੰਤਰ ਮੰਤਰ ਦੇ ਨਾਲ ਕੁਝ ਐਸਾ ਹੋ ਸਕਦਾ ਹੈ ਤਾਂ ਉਹ ਇੰਪੋਸੀਬਲ ਹੈ। ਕੋਈ ਬਾਬਾ, ਕੋਈ ਜੋਤਸ਼ੀ, ਕੋਈ ਮੰਤਰ, ਕੋਈ ਜੰਤਰ, ਕੋਈ ਤੰਤਰ, ਕੋਈ ਵਰਤ, ਕੋਈ ਨਰਾਤਾ, ਕੋਈ ਸਰਾਧ, ਕੋਈ ਤੀਰਥ ਇਸ਼ਨਾਨ ਇਸ ਵਾਰ ਨੂੰ ਬਦਲ ਸਕਦਾ। ਸਿਰਫ ਰੱਬ ਇਸ ਭੇਤ ਨੂੰ ਜਾਣਦਾ ਹੈ। ਰੱਬੀ ਰਜ਼ਾ ਦੇ ਅੰਦਰ ਜੇ ਬੰਦਾ ਤੁਰੇ, ਗੁਰਬਾਣੀ ਅਨੁਸਾਰ ਜ਼ਿੰਦਗੀ ਜੀਵੇ, ਗੁਰੂ ਦੇ ਗਿਆਨ ਮੁਤਾਬਕ ਜੀਵਨ ਜੀਵੇ, ਤਾਂ ਇਹ ਬਦਲ ਸਕਦਾ ਹੈ ਸੁਭਾਅ। ਅਗਲਾ ਬਚਨ ਕਰਦੇ ਨੇ, ਸਭ ਘਟ ਤਿਸਕੇ ਉਹ ਕਰਨੇ ਹਾਰ। ਘਟ ਦਾ ਮਤਲਬ ਸਰੀਰ। ਘਟ ਘੜੇ ਨੂੰ ਵੀ ਕਹਿੰਦੇ ਨੇ, ਘਟ ਘਟ ਨੂੰ ਵੀ ਕਹਿੰਦੇ, ਜ਼ਿਆਦਾ ਘਟ ਹਿਰਨ ਨੂੰ ਵੀ ਕਹਿੰਦੇ ਨੇ। ਇੱਥੇ ਘਟ ਦਾ ਮਤਲਬ ਸਰੀਰ। ਸਭ ਘਟ ਤਿਸਕੇ ਉਹ ਕਰਨੇ ਹਾਰ। ਸਾਰੇ ਜੀ ਜੰਤ ਉਸ ਪ੍ਰਭੂ ਦੇ ਨੇ ਤੇ ਉਹ ਰੱਬ ਹੀ ਬਣਾਉਣ ਵਾਲਾ ਹੈ। ਜਿਵੇਂ ਇੱਕ ਘੁਮਿਆਰ ਇੱਕ ਹੀ ਮਿੱਟੀ ਤੋਂ ਬਹੁਤ ਸਾਰੇ ਭਾਂਡੇ ਬਣਾਉਂਦਾ ਹੈ, ਛੋਟੇ ਵੱਡੇ, ਚੰਗੇ ਸੋਹਣੇ ਡਿਜ਼ਾਈਨ ਦੇ, ਸਾਰੇ ਉਹ ਬਣਾਉਂਦਾ ਹੈ। ਇਸੇ ਤਰ੍ਹਾਂ ਇੱਕ ਹੀ ਰੱਬ ਬਣਾਉਣ ਵਾਲਾ ਹੈ। ਮੈਨੂੰ ਵੀ, ਤੁਹਾਨੂੰ ਵੀ ਇੱਕੋ ਸਿਸਟਮ ਦੇ ਅੰਦਰ ਹੀ ਸਾਡੇ ਸਾਰਿਆਂ ਦੇ ਸਰੀਰ ਰਚੇ ਗਏ ਨੇ। ਇੱਕ ਸਿਸਟਮ ਦੇ ਅੰਦਰ ਹੀ ਆ ਧਰਤੀ, ਚੰਦਰਮਾ, ਸੂਰਜ ਆਦਿ ਪੈਦਾ ਹੋਏ ਨੇ। ਯਾਨੀ ਰੱਬੀ ਕਾਨੂੰਨ ਜਿਹੜਾ ਹੈ ਉਹ ਇੱਕ ਹੈ, ਔਰ ਉਸ ਰੱਬੀ ਕਾਨੂੰਨ ਦੇ ਅੰਦਰ ਸਾਰਾ ਕੁਝ ਬਣ ਰਿਹਾ ਹੈ, ਉਹ ਹੀ ਬਣਾਉਣ ਵਾਲਾ ਹੈ। ਇਸ ਲਈ ਗੁਰੂ ਜੀ ਕਹਿੰਦੇ ਨੇ ਸਦਾ ਸਦਾ ਤਿਸਕੋ ਨਮਸਕਾਰ। ਹਮੇਸ਼ਾ ਉਹਨੂੰ ਨਮਸਕਾਰ ਕਰੋ। ਨਮਸਕਾਰ ਕਰਨ ਦਾ ਮਤਲਬ ਉਹਦੀ ਰਜ਼ਾ ਵਿੱਚ ਤੁਰੋ, ਰੱਬ ਦੀ ਰਜ਼ਾ ਵਿੱਚ, ਜੋ ਸਾਰਿਆਂ ਨੂੰ ਬਣਾਉਣ ਵਾਲਾ ਹੈ, ਜਿਹਦਾ ਬਣਾਇਆ ਸਾਰਾ ਸੰਸਾਰ ਹੈ, ਜਿਹਦੇ ਬਣਾਏ ਹੋਏ ਅਟਲ ਨੇਮ ਨੇ, ਜਿਹਦੇ ਬਣਾਏ ਨੇਮਾਂ ਨੂੰ ਬਦਲਿਆ ਨਹੀਂ ਜਾ ਸਕਦਾ। ਤਾਂ ਗੁਰੂ ਜੀ ਕਹਿੰਦੇ ਨੇ ਜਿਸ ਠਾਕੁਰ ਚੋਂ ਨਾਹੀ ਚਾਰਾ ਤਾਂ ਕੋ ਕੀਜੇ ਸਦ ਨਮਸਕਾਰ। ਜਿਹਦੇ ਅੱਗੇ ਚਾਰਾ ਹੀ ਕੋਈ ਨਹੀਂ, ਉਹਦੇ ਅੱਗੇ ਨਮਸਕਾਰ ਕਰਨੀ ਬਣਦੀ, ਉਸ ਚੀਜ਼ ਨੂੰ ਫੋਲੋ ਕਰਨਾ ਚਾਹੀਦਾ। ਤਾਂ ਗੁਰੂ ਜੀ ਸਾਨੂੰ ਸਮਝਾ ਰਹੇ ਨੇ ਰੱਬ ਅੱਗੇ ਨਮਸਕਾਰ ਕਰੋ, ਭਾਵ ਰੱਬੀ ਗੁਣਾਂ ਦੇ ਧਾਰਨੀ ਹੋਵੋ, ਰੱਬ ਦੀ ਰਜ਼ਾ ਦੇ ਅੰਦਰ ਤੁਰੋ, ਕਿਉਂਕਿ ਉਹਦੇ ਤੋਂ ਉੱਤੇ ਕੋਈ ਨਹੀਂ ਹੈ, ਉਹਦੇ ਤੋਂ ਬਿਨਾਂ ਸਾਡਾ ਹੋਰ ਕੋਈ ਸਹਾਇਕ ਨਹੀਂ ਹੈ, ਉਹਦੇ ਨਿਯਮਾਂ ਨੂੰ ਬਦਲਿਆ ਨਹੀਂ ਜਾ ਸਕਦਾ। ਇਸ ਲਈ ਉਹਦੇ ਅੱਗੇ ਨਮਸਕਾਰ ਕਰੋ, ਉਹਦੀ ਰਜ਼ਾ ਵਿੱਚ ਰਾਜੀ ਰਹੋ। ਤੇ ਨਾਲ ਕੀ ਕਰੋ? ਰੱਬ ਕੀ ਉਸਤਤ ਕਰੋ ਦਿਨ ਰਾਤ। ਦਿਨ ਰਾਤ ਰੱਬ ਦੀ ਉਸਤਤ ਕਰੋ, ਵਡਿਆਈ ਕਰੋ, ਉਹਦੇ ਗੁਣ ਗਾਓ। ਹੁਣ ਦੇਖੋ ਇੱਥੇ ਇਹ ਨਹੀਂ ਕਿਹਾ ਜਾ ਰਿਹਾ ਵੀ ਮਾਲਾ ਫੇਰੀ ਜਾਓ ਜਾਂ ਸਮਾਧੀ ਲਾ ਕੇ ਬੈਠੇ ਰਹੋ ਦਿਨ ਰਾਤ। ਉਸਤਤ, ਉਸਤਤ ਦਾ ਮਤਲਬ ਸਿੱਧ ਸਲਾਹ, ਸਕਾਰਾਤਮਕ ਸੋਚ, ਪੋਜ਼ਿਟਿਵ ਥਿੰਕਿੰਗ। ਗੁਣਾਂ ਵਾਲੇ ਬੋਲ ਬੋਲੋ, ਗੁਣਾਂ ਬਾਰੇ ਸੋਚੋ, ਗੁਣਾਂ ਦੇ ਧਾਰਨੀ ਹੋਵੋ। ਤੇ ਜੇ ਅਸੀਂ ਐਸਾ ਕਰੀਏ, ਸੁਭਾਅ ਬਣਾ ਲਈਏ, ਸੁਭਾਅ ਬਣਾਉਣ ਦਾ ਯਤਨ ਕਰੀਏ ਕਿ ਮੈਂ ਗੁਣਾਂ ਬਾਰੇ ਸੋਚਣਾ ਹੈ, ਗੁਣਾਂ ਵਾਲੇ ਬੋਲ ਬੋਲਣੇ ਨੇ,
ਔਰ ਗੁਣਾਂ ਵਾਲੀ ਜ਼ਿੰਦਗੀ ਜੀਣੀ ਹੈ ਤਾਂ ਜਿਵੇਂ ਜਿਵੇਂ ਅਸੀਂ ਟਰਾਈ ਕਰਾਂਗੇ, ਯਤਨ ਕਰਾਂਗੇ ਤਾਂ ਅਸੀਂ ਕਾਮਯਾਬ ਹੋਵਾਂਗੇ। ਜੇ ਔਗੁਣਾਂ ਵਿੱਚ ਕਾਮਯਾਬ ਹੋਇਆ ਤੇ ਗੁਣਾਂ ਵਿੱਚ ਵੀ ਜ਼ਰੂਰ ਹੋਵਾਂਗੇ। ਪ੍ਰਭ ਕੀ ਉਸਤਤ ਕਰੋ ਦਿਨ ਰਾਤ। ਜਦੋਂ ਜ਼ਿੰਦਗੀ ਜੀਣੀ ਹੀ ਹੈ ਫਿਰ ਪਿਆਰ ਨਾਲ ਜੀ ਲੋ, ਕਿਉਂ ਹੰਕਾਰ ਕਰਨਾ। ਜਦੋਂ ਜ਼ਿੰਦਗੀ ਜੀਣੀ ਹੀ ਹੈ ਤੇ ਸੱਚ ਬੋਲ ਕੇ ਜੀ ਲੋ। ਜ਼ਿੰਦਗੀ ਜੀਣੀ ਹੈ ਨਿਰਵੈਰ ਹੋ ਕੇ ਜੀ ਲੋ। ਜਦੋਂ ਮਿਲਵਰਤਨ ਇੱਕ ਦੂਜੇ ਨਾਲ ਰੱਖਣਾ ਹੀ ਹੈ ਤਾਂ ਫਿਰ ਇੱਕ ਦੂਜੇ ਦੀ ਸਿਫਤ ਕਰੋ ਔਰ ਸੱਚੇ ਦਿਲੋਂ ਕਰੋ। ਕਿਉਂਕਿ ਸਾਡਾ ਨਿੱਕੀਆਂ ਨਿੱਕੀਆਂ ਗੱਲਾਂ ਨੇ ਜੋ ਅਸੀਂ ਤੇ ਕਹਿ ਦਿੰਦੇ ਆ, ਫਿਰ ਦੂਜੇ ਬੰਦੇ ਦਾ ਕੀ ਹਾਲ ਹੁੰਦਾ ਹੈ ਉਹਦੇ ਬਾਰੇ ਸਾਨੂੰ ਕਦੇ ਪਤਾ ਵੀ ਨਹੀਂ ਹੁੰਦਾ। ਫਾਰ ਐਗਜ਼ਾਮਪਲ, ਮੈਂ ਇੱਕ ਐਗਜ਼ਾਮਪਲ ਲੈ ਰਿਹਾ, ਤੁਸੀਂ ਵਿਆਹ ਦੇ ਵਿੱਚ ਗਏ ਹੋ ਤੇ ਇੱਕ ਬੰਦਾ ਹੋਰ ਹੈ, ਮੈਨੂੰ ਹੀ ਲਾ ਲਓ ਕਿ ਮੈਂ ਵੀ ਉਸ ਵਿਆਹ ਵਿੱਚ ਹਾਂ ਤੇ ਹੁਣ ਵਿਆਹ ਦੇ ਅੰਦਰ ਸਾਰੇ ਹੀ ਕੱਪੜਾ ਟਾਕੀ ਜੋ ਵੀ ਹੈ ਆਪਣੇ ਹਿਸਾਬ ਦੇ ਨਾਲ ਬੰਦਾ ਮਹਿੰਗੇ ਹੀ ਪਾ ਕੇ ਆਉਂਦਾ, ਚੰਗੇ ਪਾ ਕੇ ਆਉਂਦਾ, ਜਿਹੜਾ ਉਹਨੂੰ ਸਭ ਤੋਂ ਚੰਗਾ ਲੱਗੇ ਉਹੀ ਖਰੀਦਦਾ। ਮੈਨੂੰ ਇਹ ਰੰਗ ਚੰਗਾ ਲੱਗਦਾ ਹੈ, ਇਹ ਡਿਜ਼ਾਈਨ ਚੰਗਾ ਹੈ, ਇਸ ਟਾਈਪ ਦਾ ਮਤਲਬ ਮੈਂ ਕੱਪੜਾ ਪਾਵਾਂ ਤੇ ਮੈਨੂੰ ਸੋਹਣਾ ਲੱਗੇਗਾ। ਹਰ ਬੰਦਾ ਸੋਚਦਾ ਹੈ, ਆਪਣੀ ਵਿੱਤ ਮੁਤਾਬਕ ਖਰੀਦਦਾ ਹੈ। ਹੁਣ ਵਿਆਹ ਦੇ ਵਿੱਚ ਤੁਸੀਂ ਮੈਨੂੰ ਕਹਿ ਦਿੱਤਾ ਵੀ ਭਾਈ ਸਾਹਿਬ ਆ ਕਿ ਭਾਈ ਫਿਰਦੇ ਦਾ ਅੱਜ ਕੱਲ ਰਿਵਾਜ ਕੋਈ ਨਹੀਂ, ਭੈੜਾ ਰੰਗ, ਇੰਨਾ ਭੈੜਾ ਰੰਗ ਤੇ ਇੰਨਾ ਬੁਰਾ ਲੱਗਣ ਡਿਆ। ਤੇ ਹੁਣ ਤੁਸੀਂ ਤੇ ਕਹਿ ਕੇ ਚੱਲੇ ਗਏ ਤੇ ਮੇਰਾ ਤੇ ਵਿਆਹ ਦਾ ਮਜ਼ਾ ਕਿਰਕਰਾ ਹੋ ਗਿਆ ਨਾ। ਜਦੋਂ ਮੈਂ ਕਿਤੇ ਚਾਹ ਪੀਣ ਜਾਣਾ ਤੇ ਮੈਂ ਆਪਣੇ ਸੂਟ ਵੱਲ ਵੇਖਣਾ, ਯਾਰ ਲੋਕੀ ਮੇਰੇ ਵੱਲ ਵੇਖਦੇ ਹੁਣ ਕਿਹੜਾ ਭੈੜਾ ਕੱਪੜਾ। ਰੋਟੀ ਖਾਣ ਜਾਣਾ ਤਾਂ ਜੇ ਮੈਂ ਬੱਚਿਆਂ ਨੂੰ ਪਿਆਰ ਦੇਣ ਵਾਸਤੇ ਜਾ ਰਿਹਾ ਤਾਂ ਮੇਰਾ ਤਾਂ ਸਾਰੇ ਵਿਆਹ ਦੇ ਵਿੱਚ ਧਿਆਨ ਨਹੀਂ ਕੱਪੜੇ ਵੱਲ ਰਹਿਣਾ ਵੀ ਮੈਂ ਕਿਹੜਾ ਕੰਮ ਗਲਤ ਕਰ ਬੈਠਾ, ਇੰਨਾ ਭੈੜਾ ਕੱਪੜਾ। ਤੁਸੀਂ ਚਲੇ ਗਏ, ਤੁਹਾਨੂੰ ਤੇ ਪਤਾ ਵੀ ਨਹੀਂ ਤੇ ਮੇਰੇ ਤੇ ਸਾਰੇ ਮਤਲਬ ਖੁਸ਼ੀ ਦੀ ਐਸੀ ਤੈਸੀ ਹੋ ਗਈ। ਤੇ ਜੇ ਉਹੀ ਕਿਹਾ ਜਾਂਦਾ ਕਿ ਭਾਈ ਸਾਹਿਬ ਕੀ ਬਾਤ ਯਾਰ, ਸੂਟ ਬੜਾ ਵਧੀਆ ਪਾਇਆ, ਕੱਪੜੇ ਬੜੇ ਵਧੀਆ, ਦਸਤਾਰ ਬੜੀ ਵਧੀਆ ਬੰਨੀ, ਤਾਂ ਮੇਰਾ ਸਾਰਾ ਵਿਆਹ ਦੇ ਵਿੱਚ ਖੁਸ਼ੀ ਰਹਿਣੀ ਸੀ ਨਾ। ਤਾਂ ਇਹ ਇੱਕ ਐਗਜ਼ਾਮਪਲ ਹੈ। ਹੁਣ ਇੱਕ ਬੰਦੇ ਨੇ ਘਰ ਬਣਾਇਆ 4 ਮਰਲੇ ਦਾ, ਉਹਨੇ ਘਰ ਲਿਆ, ਇਹਨਾਂ ਕੋਲ ਗੁੰਜਾਇਸ਼ ਹੈ ਤੇ ਉਹਦੇ ਕੋਲ ਗੁੰਜਾਇਸ਼ ਸੀ, ਉਹਨੇ 2 ਕਮਰੇ ਬਣਾ ਲਏ ਕਿਉਂਕਿ ਉਹਦੇ ਕੋਲ ਗੁੰਜਾਇਸ਼ ਹੀ ਨਹੀਂ ਕਿ ਤੇ ਚਾਹੀਦਾ ਤੇ ਸਾਨੂੰ ਇਹ ਸਿਫਤ ਕਰਦੇ ਵਿਆਹ ਬੜਾ ਵਧੀਆ ਕੀਤਾ ਹੈ, 2 ਕਮਰੇ ਪਾਏ ਨੇ, ਚੰਗਾ ਕੀਤਾ, ਜ਼ਿਆਦਾ ਖਰਚ ਨਹੀਂ ਕੀਤਾ, ਗੁੰਜਾਇਸ਼ ਆਪਣੇ ਕੋਲ ਹੋਣੀ ਚਾਹੀਦੀ, ਕਮਰਾ ਰਹਿਣ ਵਾਸਤੇ ਬਹੁਤ ਵਧੀਆ, ਲੋਕੇਸ਼ਨ ਬੜਾ ਚੰਗਾ ਥਾਂ, ਆਪਣਾ ਘਰ ਬਣ ਗਿਆ, ਆਪਣਾ ਸਿਰ ਲੁਕਾ ਬਣ ਗਿਆ, ਬੜਾ ਵਧੀਆ। ਬੰਦੇ ਨੂੰ ਕਿੰਨੀ ਖੁਸ਼ੀ ਹੋਏਗੀ। ਤੇ ਜੇ ਅਸੀਂ ਉਹਦੇ ਘਰ ਜਾ ਕੇ ਕਵੀ ਪਿਆ ਕੀ ਚਵਲ ਮਾਰੀ ਆ ਯਾਰ, ਤੈਨੂੰ ਕੋਠੀ ਬਣਾਉਣੀ ਚਾਹੀਦੀ ਸੀ, ਤੈਨੂੰ ਨੀਂਹ ਪੱਕੀ ਰੱਖਣੀ ਚਾਹੀਦੀ ਸੀ, ਬਣਾਉਣ ਲੱਗਾ ਤੇ ਖੜਾ ਕਰ ਲੈਂਦਾ, ਉੱਤੇ ਦੂਜੀ ਮੰਜ਼ਲ ਨਾ ਬਣਾਉਂਦਾ, ਆ ਤੇ ਤੇਰੇ ਕਮਰੇ ਬਿਲਕੁਲ ਨਹੀਂ ਜਚਣ ਰਹੇ, ਕਿ ਇਹਦੇ ਨਾਲ ਉਹਨੂੰ ਲਾਭ ਹੋਏਗਾ ਕਿ ਪਹਿਲੀ ਗੱਲ ਨਾਲ। ਤਾਂ ਜਦੋਂ ਅਸੀਂ ਵਰਤਣਾ ਹੈ ਤਾਂ ਫਿਰ ਠੀਕ ਢੰਗ ਦੇ ਨਾਲ ਵਰਤ ਲਓ, ਕਿਸੇ ਦੀ ਸਿਫਤ ਕਰ ਲਓ, ਕਿਸੇ ਦੇ ਗੁਣ ਪ੍ਰਗਟ ਕਰ ਲਓ, ਕਿਉਂਕਿ ਹਰ ਬੰਦਾ ਆਪਣੀ ਗੁੰਜਾਇਸ਼ ਮੁਤਾਬਕ ਹੀ ਜ਼ਿੰਦਗੀ ਜੀਂਦਾ ਹੈ ਨਾ। ਹਾਂ, ਜੇ ਕਿਸੇ ਨੂੰ ਸਲਾਹ ਦੇਣੀ ਹੈ, ਜੇ ਕੋਈ ਗਲਤੀ ਹੈ ਤਾਂ ਉਹਨੂੰ ਪਿਆਰ ਦੇ ਨਾਲ ਸਮਝਾਓ। ਤਾਂ ਗੁਰੂ ਜੀ ਕਹਿੰਦੇ ਨੇ ਉਸਤਤ ਕਰੋ ਰੱਬ ਦੀ, ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਰੱਬੀ ਗੁਣ ਗਾਓ, ਪੋਜ਼ਿਟਿਵ ਸੋਚ ਬਣਾਓ, ਔਰ ਰੱਬ ਸਾਰਿਆਂ ਦੇ ਵਿੱਚ ਵਸਦਾ ਹੈ। ਤਿਸੈ ਧਿਆਵੋ ਸਾਸ ਗ੍ਰਾਸ, ਹਰ ਸਵਾਸ ਨਾਲ, ਹਰ ਗਰਾਈ ਨਾਲ ਭਾਵ ਹਰ ਦਮ, ਹਰ ਸਮੇਂ, ਦਮ ਬਦਮ, ਹਰ ਸਵਾਸ ਨਾਲ, ਹਰ ਸਮੇਂ ਰੱਬ ਨੂੰ ਯਾਦ ਰੱਖੋ, ਰੱਬੀ ਗੁਣਾਂ ਨੂੰ ਯਾਦ ਰੱਖੋ। ਇਹ ਚੀਜ਼ ਨੂੰ ਪੱਲੇ ਬੰਨ ਲਓ ਕਿ ਮੈਂ ਗੁਣਾਂ ਬਾਰੇ ਸੋਚਣਾ ਹੈ, ਗੁਣਾਂ ਬਾਰੇ ਬੋਲਣਾ ਹੈ, ਗੁਣਾਂ ਬਾਰੇ ਜ਼ਿੰਦਗੀ ਜੀਣੀ ਹੈ, ਮੈਂ ਸੱਚ ਨੂੰ ਆਧਾਰ ਬਣਾ ਕੇ ਜ਼ਿੰਦਗੀ ਜੀਣੀ ਹੈ। ਇਹੀ ਰੱਬ ਦੀ ਯਾਦ। ਤੇ ਜੇ ਇਹ ਚੀਜ਼ ਨੂੰ ਫੋਲੋ ਕਰ ਲਵੇ ਨਾ, ਤੇ ਸਾਨੂੰ ਹੁਣ ਦੁਕਾਨ ਛੱਡਣ ਵਾਸਤੇ ਕਿਹਾ ਜਾ ਰਿਹਾ, ਨਾ ਕਾਰੋਬਾਰ ਛੱਡਣ ਲਈ, ਤੁਹਾਡੀ ਫੈਕਟਰੀ ਕਾਰਖਾਨਾ ਉਹਨੂੰ ਚਲਾਓ, ਦੁਕਾਨ ਚਲਾਓ, ਵਪਾਰ ਕਰਦੇ ਹੋ ਕਰੋ, ਜੋਬ ਕਰਦੇ ਹੋ ਕਰੋ, ਆਪਣੇ ਘਰ ਦੇ ਬਾਲ ਬੱਚਿਆਂ ਨੂੰ ਪਾਲੋ, ਪਿਆਰ ਮੁਹੱਬਤ ਦੇ ਨਾਲ ਰਹੋ, ਲੇਕਿਨ ਸੱਚ ਨੂੰ ਬੇਸ ਬਣਾ ਕੇ, ਈਰਖਾ ਨਿੰਦਾ ਨੂੰ ਛੱਡ ਕੇ, ਸ਼ੁਭ ਗੁਣਾਂ ਨੂੰ ਅਪਣਾ ਕੇ ਵੀ ਤਾਂ ਜ਼ਿੰਦਗੀ ਜੀਵੀ ਜਾ ਸਕਦੀ ਹੈ ਨਾ। ਤਿਸੇ ਧਿਆਵੋ ਸਾਸ ਗ੍ਰਾਸ, ਕਿਉਂ ਇਹ ਸਭ ਕੁਛ ਵਰਤੈ ਤਿਸ ਕਾ ਕੀਆ। ਇਸ ਜਗਤ ਵਿੱਚ ਜੋ ਵੀ ਵਰਤ ਰਿਹਾ ਹੈ ਨਾ, ਵਾਪਰ ਰਿਹਾ ਹੈ, ਇਹ ਸਭ ਕੁਝ ਰੱਬ ਦਾ ਕੀਤਾ ਹੋਇਆ ਵਾਪਰ ਰਿਹਾ ਹੈ, ਯਾਨੀ ਰੱਬ ਦੀ ਰਜ਼ਾ ਵਿੱਚ ਵਾਪਰ ਰਿਹਾ ਹੈ, ਸਿਸਟਮ ਅੰਦਰ ਵਾਪਰ ਰਿਹਾ ਹੈ, ਸਿਸਟਮ ਤੋਂ ਬਾਹਰ ਕੁਝ ਨਹੀਂ ਵਾਪਰਦਾ।
ਇਸ ਲਈ ਗੁਰੂ ਜੀ ਕਹਿੰਦੇ ਨੇ ਆਪਣੇ ਮਨ ਚੋਂ ਭੁਲੇਖਾ ਕੱਢ ਦਿਓ ਕਿ ਸਿਸਟਮ ਤੋਂ ਬਾਹਰ ਜਾ ਕੇ ਵੀ ਤੁਸੀਂ ਸੁੱਖ ਪਾ ਸਕਦੇ ਹੋ। ਗੁਰੂ ਦੇ ਖਿਲਾਫ ਬੋਲ ਕੇ, ਗਿਆਨ ਗੁਰੂ ਤੋਂ ਉਲਟ ਜ਼ਿੰਦਗੀ ਜੀ ਕੇ, ਗਿਆਨ ਦੀ ਗਲਤ ਵਰਤੋਂ ਕਰਕੇ, ਨਿੰਦਾ ਚੁਗਲੀ ਫਰੇਬ ਕਰਕੇ ਕੀ ਤੁਸੀਂ ਸੁੱਖ ਪਾ ਸਕਦੇ ਹੋ? ਐਸਾ ਨਹੀਂ ਹੋਣਾ। ਇਸ ਲਈ ਗੁਰੂ ਜੀ ਕਹਿੰਦੇ ਨੇ ਇਸ ਦੁਨੀਆ ਦੇ ਵਿੱਚ ਰੱਬ ਦਾ ਹੁਕਮ, ਰੱਬ ਦੀ ਰਜ਼ਾ, ਭਾਣਾ, ਲਾ ਆਫ ਨੇਚਰ ਹੈ। ਇਹ ਸਾਰਾ ਕੁਝ ਇਹਦੇ ਅੰਦਰ ਹੋ ਰਿਹਾ ਹੈ, ਇਸ ਤੋਂ ਬਾਹਰ ਨਹੀਂ ਹੋਣਾ। ਤਾਂ ਜੇ ਸੁਖ ਸ਼ਾਂਤੀ ਚਾਹੁੰਦੇ ਹੋ ਤਾਂ ਰੱਬੀ ਰਜ਼ਾ ਵਿੱਚ ਜ਼ਿੰਦਗੀ ਜੀਵੋ। ਜੈਸਾ ਕਰੇ ਐਸਾ ਕੋ ਥੀਆ। ਜਿਹੋ ਜਿਹਾ ਕੋਈ ਜੀਵ ਕਰਦਾ ਹੈ ਐਸਾ ਕੋ ਥੀਆ ਦਾ ਮਤਲਬ ਵੈਸਾ ਹੋ ਜਾਂਦਾ ਹੈ। ਜਿਵੇਂ ਦਾ ਕੋਈ ਕਰਦਾ ਹੈ ਉਵੇਂ ਦਾ ਹੋ ਜਾਂਦਾ ਹੈ। ਜੇ ਅਸੀਂ ਨਿੰਦਿਆ ਕਰਾਂਗੇ ਤੇ ਅਸੀਂ ਨਿੰਦਕ ਹੋ ਜਾਵਾਂਗੇ, ਜੇ ਅਸੀਂ ਉਸਤਤ ਕਰਾਂਗੇ ਤੇ ਅਸੀਂ ਚੰਗੇ ਬਣ ਜਾਵਾਂਗੇ, ਜੇ ਅਸੀਂ ਪਾਪ ਕਰਾਂਗੇ ਤੇ ਪਾਪੀ ਹੋ ਜਾਵਾਂਗੇ, ਜੇ ਅਸੀਂ ਧਰਮ ਕਮਾਵਾਂਗੇ ਧਰਮੀ ਹੋ ਜਾਵਾਂਗੇ, ਜੇ ਸੱਚ ਬੋਲਾਂਗੇ ਸਚਿਆਰ ਹੋ ਜਾਵਾਂਗੇ, ਝੂਠ ਬੋਲਾਂਗੇ ਕੂੜਿਆਰ ਹੋ ਜਾਵਾਂਗੇ, ਜੇ ਅਸੀਂ ਮਿਹਨਤ ਕਰਾਂਗੇ ਸਾਡੀਆਂ ਦੁਨਿਆਵੀ ਲੋੜਾਂ ਚੰਗੀਆਂ ਪੂਰੀਆਂ ਹੋਣਗੀਆਂ, ਤੇ ਜੇ ਵਿਹਲੇ ਪੈ ਰਵਾਂਗੇ ਤਾਂ ਸਾਡਾ ਪਹਿਲਾ ਧਨ ਵੀ ਖਤਮ ਹੋ ਜਾਏਗਾ। ਜਿਵੇਂ ਦਾ ਕੋਈ ਕਰਦਾ ਹੈ ਉਵੇਂ ਦਾ ਹੋ ਜਾਂਦਾ ਹੈ। ਤਾਂ ਕਿਸਮਤ ਵਗੈਰਾ ਨਾਮ ਦੀ ਕੋਈ ਚੀਜ਼ ਨਹੀਂ ਹੈ ਇਸ ਦੁਨੀਆ ਵਿੱਚ। ਮਤਾਂ ਇਹ ਹੋਵੇ ਕਿ ਕਿਸਮਤ ਸਾਨੂੰ ਕਰੇਗੀ, ਕਿਸਮਤ ਕੁਛ ਨਹੀਂ ਹੈ। ਜੈਸਾ ਬੰਦਾ ਕਰਦਾ ਵੈਸਾ ਹੋ ਜਾਂਦਾ। ਜੈਸਾ ਕਰੇ ਤੈਸਾ ਕੋ ਥੀਆ। ਜੈਸਾ ਕਰਦਾ ਹੈ ਵੈਸਾ ਬਣ ਜਾਂਦਾ ਹੈ। ਆਪਣਾ ਖੇਲ ਆਪ ਕਰਨੇ ਹਾਰ। ਰੱਬ ਆਪਣਾ ਖੇਲ ਆਪ ਖੇਲ ਰਿਹਾ ਹੈ। ਉਹਨੇ ਆਪਣਾ ਇਹ ਖੇਲ ਜਗਤ ਰਚਨਾ ਆਪ ਬਣਾਈ ਹੈ, ਆਪਣੇ ਖੇਲ ਦੇ ਅੰਦਰ ਖੇਲ ਰਿਹਾ ਹੈ। ਦੂਸਰ ਕੌਣ ਕਹੇ ਵਿਚਾਰ। ਗੁਰੂ ਜੀ ਕਹਿੰਦੇ ਨੇ ਦੂਜਾ ਕੋਈ ਹੈ ਜਿਹੜਾ ਵਿਚਾਰ ਦੱਸ ਸਕਦਾ ਹੈ? ਹੋਰ ਕਿਹੜਾ ਹੈ ਇਹਨੂੰ ਆ ਕੇ ਜਾਂ ਸੋਚ ਸਕਦਾ ਹੈ ਜਾਂ ਕਰ ਸਕਦਾ ਹੈ? ਕੋਈ ਅਸਚਾਰ ਕਰ ਸਕਦੇ ਆ ਕਿ ਰੱਬ ਤੋਂ ਬਿਨਾਂ ਇਸ ਦੁਨੀਆ ਨੂੰ ਕਿਸੇ ਨੇ ਬਣਾਇਆ, ਜਾਂ ਸਿਸਟਮ ਤੋਂ ਬਾਹਰ ਇੱਥੇ ਕੁਝ ਹੋ ਸਕਦਾ ਹੈ? ਕੋਈ ਦੂਜਾ ਹੈ ਜਿਹੜਾ ਵਿਚਾਰ ਕਰ ਸਕੇ ਕਿ ਦੂਜਾ ਵੀ ਕੁਝ ਰੱਬ ਤੋਂ ਇਲਾਵਾ ਵੀ ਕੋਈ ਕਰ ਸਕਦਾ ਹੈ? ਰੱਬ ਦੇ ਸਿਸਟਮ ਤੋਂ ਬਾਹਰ ਵੀ ਕੁਝ ਹੋ ਸਕਦਾ ਹੈ, ਲਾ ਆਫ ਨੇਚਰ ਤੋਂ ਬਾਹਰ ਵੀ ਕੁਝ ਹੋ ਸਕਦਾ ਹੈ। ਕੋਈ ਕਹਿ ਸਕਦਾ ਹੈ ਗੱਲ? ਕਦੇ ਵੀ ਨਹੀਂ। ਤੇ ਜੇ ਕੋਈ ਕਹੇਗਾ, ਜੇ ਕੋ ਖਾਏ ਅੱਖਣ ਪਾਏ ਉਹ ਜਾਣੇ ਜੀਤੀਆਂ ਮੁਖਾਏ। ਜੇ ਕੋਈ ਮੂਰਖ ਬੰਦਾ ਇਹ ਕਹਿਣ ਦਾ ਯਤਨ ਕਰੇ ਕਿ ਮੈਂ ਰੱਬੀ ਰਜ਼ਾ ਤੋਂ ਬਾਹਰ ਵੀ ਕੁਝ ਕਰ ਸਕਦਾ ਹਾਂ, ਉਹ ਜਾਣੇ ਜੀਤੀਆਂ ਮੂੰਹ ਖਾਏ। ਉਹਨੂੰ ਹੀ ਪਤਾ ਹੈ ਫਿਰ ਜਿੰਨੀਆਂ ਮੂੰਹ ਤੇ ਖਾਏਗਾ, ਭਾਵ ਉਹਨੂੰ ਨਮੋਸ਼ੀ ਦਾ ਮੂੰਹ ਵੇਖਣਾ ਪਵੇਗਾ। ਉਹ ਰੱਬੀ ਹੁਕਮ ਤੋਂ ਬਿਨਾ ਬਾਹਰ ਕੁਝ ਕਰ ਨਹੀਂ ਪਾਏਗਾ, ਸਿਸਟਮ ਤੋਂ ਬਾਹਰ ਕੁਝ ਕਰ ਨਹੀਂ ਪਾਏਗਾ, ਨਮੋਸ਼ੀ ਹੋਏਗੀ ਨਾ। ਜਿਸ ਨੂੰ ਕਿਰਪਾ ਕਰੇ ਤੇ ਆਪਨ ਨਾਮ ਦੇ, ਜਿਹਦੇ ਉੱਤੇ ਰੱਬ ਰਹਿਮਤ ਕਰਦਾ ਹੈ, ਇਸ ਆਪਨ ਨਾਮ ਦੇ, ਨਾਮ ਦਾ ਮਤਲਬ ਹੁਕਮ, ਰੱਬ ਉਹਨੂੰ ਆਪਣੇ ਹੁਕਮ ਦੀ ਸੂਝ ਬਖਸ਼ਦਾ ਹੈ, ਜਿਹਦੇ ਤੇ ਰਹਿਮਤ ਕਰਦਾ ਹੈ। ਹੁਣ ਰਹਿਮਤ ਕਿਹਦੇ ਤੇ ਕਰੇਗਾ? ਜੋ ਰੱਬ ਦੀ ਰਜ਼ਾ ਵਿੱਚ ਆਏਗਾ, ਜੋ ਗੁਰੂ ਦੇ ਦੱਸੇ ਹੁਕਮ ਤੇ ਚੱਲੇਗਾ। ਤੇ ਜੇ ਕੋਈ ਗੁਰੂ ਦਾ ਹੀ ਨਿੰਦਕ ਹੈ, ਗੁਰੂ ਦੀ ਪਾਵਨ ਬਾਣੀ ਤੋਂ ਹੀ ਉਲਟ ਹੈ, ਤਾਂ ਉਹਨੂੰ ਇਹ ਚੀਜ਼ ਨਹੀਂ ਨਾ ਮਿਲੇਗੀ, ਉਹਨੂੰ ਹੁਕਮ ਦੀ ਸੂਝ ਵੀ ਨਹੀਂ ਮਿਲੇਗੀ। ਜੋ ਰੱਬੀ ਰਜ਼ਾ ਦੇ ਵਿੱਚ ਤੁਰੇਗਾ ਉਹਨੂੰ ਹੀ ਰੱਬ ਹੁਕਮ ਦੀ ਸੂਝ ਵੀ ਬਖਸ਼ੇਗਾ, ਉਹਨੂੰ ਹੁਕਮ ਦੀ ਮਹਾਨਤਾ ਬਖਸ਼ੇਗਾ, ਉਹਨੂੰ ਹੁਕਮ ਦੀ ਮਹਾਨਤਾ ਦਾ ਪਤਾ ਲੱਗੇਗਾ ਕਿ ਹੁਕਮ ਦੀ ਮਹਾਨਤਾ ਕੀ ਹੈ। ਜਿਹੜਾ ਗੁਣ ਗਾਏਗਾ, ਗੁਣਾਂ ਦਾ ਧਾਰਨੀ ਹੋਏਗਾ, ਉਹਨੂੰ ਸਮਝ ਆਏਗੀ ਕਿ ਗੁਣਾਂ ਵਾਲੀ ਜ਼ਿੰਦਗੀ ਕੈਸੀ ਹੁੰਦੀ ਹੈ। ਦੇਖੋ ਸਿੰਪਲ ਗੱਲ ਹੈ, ਇੱਕ ਬੰਦਾ ਡਰਗ ਦੀ ਵਰਤੋਂ ਕਰਦਾ ਹੈ, ਨਸ਼ਿਆਂ ਆਦਿਕ ਦੀ, ਤੇ ਉਸ ਬੰਦੇ ਨੂੰ ਇਹ ਪਤਾ ਨਹੀਂ ਕਿ ਬਿਨਾਂ ਨਸ਼ਿਆਂ ਤੋਂ ਜ਼ਿੰਦਗੀ ਕੈਸੀ ਹੁੰਦੀ ਹੈ। ਉਹ ਤੇ ਨਸ਼ੇ ਕਰ ਰਿਹਾ ਹੈ, ਉਹਦੇ ਵਾਸਤੇ ਤੇ ਉਹੀ ਜੀਵਨ ਹੈ। ਨਸ਼ਿਆਂ ਬਾਰੇ ਉਹ ਦੱਸ ਸਕਦਾ ਕਿ ਸ਼ਰਾਬ ਪੀਣ ਨਾਲ ਐਵੇਂ ਹੁੰਦਾ ਹੈ, ਭੁੱਕੀ ਫੀਮ ਨਾਲ ਐਵੇਂ ਹੁੰਦਾ ਹੈ। ਹੁਣ ਜੋ ਨਸ਼ਿਆਂ ਤੋਂ ਰਹਿਤ ਵਾਲੀ ਜ਼ਿੰਦਗੀ ਹੈ, ਉਹਦੇ ਰਸ ਨੂੰ ਉਹ ਦੱਸ ਨਹੀਂ ਸਕਦਾ, ਕਿਉਂਕਿ ਉਹ ਜੀ ਨਹੀਂ ਨਾ ਰਿਹਾ। ਤੇ ਜੇ ਉਹ ਬੰਦਾ ਨਸ਼ੇ ਵਗੈਰਾ ਛੱਡ ਦੇਵੇ ਤੇ ਚੰਗੀ ਜ਼ਿੰਦਗੀ ਜੀਣੀ ਸ਼ੁਰੂ ਕਰ ਦੇਵੇ, ਤਾਂ ਫਿਰ ਉਹਨੂੰ ਸਮਝ ਆਏਗੀ ਕਿ ਯਾਰ ਮੈਂ ਤਾਂ ਇੰਨੀ ਜ਼ਿੰਦਗੀ ਐਵੇਂ ਹੀ ਬਰਬਾਦ ਕਰਤੀ, ਕਿੰਨਾ ਸੋਹਣਾ ਜੀਵਨ ਹੈ, ਟਾਈਮ ਨਾਲ ਮੈਂ ਰੋਟੀ ਖਾ ਲੈਣਾ, ਟਾਈਮ ਨਾਲ ਜਾਗ ਜਾਣਾ, ਟਾਈਮ ਨਾਲ ਸੌਂ ਜਾਣਾ, ਕੋਈ ਲੜਾਈ ਨਹੀਂ,
कोई झगड़ा नहीं, दंगा नहीं, फसाद नहीं, घर भी शांति वरती है, कितना सोहना जीवन है ना। तां पता लगेगा ना जे वो नशे नूं छड्डेगा। एक झूठा बंदा है जो निक्के निक्के झूठ बोलदा है सवेर तो लैके शाम तक, ਉਹਦਾ ਕੰਮ ਹੀ ਉਹਨੇ ਬੋਲਣਾ ਹੀ ਝੂਠ ਹੈ, ਤਾਂ ਉਹਨੂੰ ਸੱਚ ਦਾ ਪਤਾ ਹੀ ਨਹੀਂ ਕਿ ਸੱਚ ਦੀ ਮਹਾਨਤਾ ਕੀ ਹੁੰਦੀ, ਉਹਨੂੰ ਤੇ ਝੂਠ ਬਾਰੇ ਪਤਾ ਹੈ। ਤੇ ਜੇ ਉਹ ਕਿਤੇ ਝੂਠ ਛੱਡ ਦੇਵੇ, ਸੱਚ ਬੋਲਣਾ ਸ਼ੁਰੂ ਕਰ ਦੇਵੇ ਹੌਲੇ ਹੌਲੇ, ਤੇ ਜਦੋਂ ਸੱਚ ਬੋਲੇਗਾ ਫਿਰ ਉਹਨੂੰ ਸਮਝ ਆਏਗੀ ਕਿ ਯਾਰ ਕਮਾਲ ਦੀ ਗੱਲ ਹੈ, ਸੱਚ ਬੋਲਣ ਦੇ ਇੰਨੇ ਲਾਭ ਨੇ, ਮੇਰੀ ਤਾਂ ਜ਼ਿੰਦਗੀ ਆਸਾਨ ਹੋ ਗਈ ਹੈ। ਇੱਕ ਝੂਠ ਨੂੰ ਛੁਪਾਉਣ ਲਈ ਸੈਂਕੜੇ ਝੂਠ ਬੋਲਦਾ ਸਾਂ, ਮੈਨੂੰ ਤੇ ਹੁਣ ਕੁਝ ਛੁਪਾਉਣ ਦੀ ਲੋੜ ਹੀ ਨਹੀਂ ਹੈ। ਇੰਨੇ ਸੌਖੀ ਜ਼ਿੰਦਗੀ, ਇੰਨਾ ਪਿਆਰਾ ਜੀਵਨ ਸੱਚ ਵਾਲਾ। ਤਾਂ ਹੀ ਸਮਝ ਆਏਗੀ ਨਾ ਕਿ ਸੱਚ ਬੋਲੇਗਾ। ਹੁਣ ਅਸੀਂ ਇੱਕ ਦੂਜੇ ਨਾਲ ਈਰਖਾ ਕਰਦੇ ਹਾਂ ਕਿ ਸਾਨੂੰ ਨਹੀਂ ਨਾ ਪਤਾ ਪਿਆਰ ਵਾਲਾ ਜੀਵਨ ਕੈਸਾ ਹੁੰਦਾ ਹੈ। ਤੇ ਜੇ ਅਸੀਂ ਭੈਣਾਂ ਭਰਾਵਾਂ ਵਾਲਾ ਪਿਆਰ ਕਰੀਏ, ਪਿਆਰ ਦੇ ਨਾਲ ਅਸੀਂ ਘਰ ਵਿੱਚ ਮਾਪਿਆਂ ਨਾਲ, ਬੱਚਿਆਂ ਨਾਲ, ਰਿਸ਼ਤੇਦਾਰਾਂ ਦੇ ਨਾਲ ਰਹੀਏ ਦਿਲੀ ਪਿਆਰ ਨਾਲ, ਤੇ ਜਦੋਂ ਅਸੀਂ ਦਿਲੀ ਪਿਆਰ ਦੇ ਨਾਲ ਵਰਤਾਂਗੇ ਤੇ ਜੀਵਨ ਦੇ ਅੰਦਰ ਸ਼ਾਂਤੀ ਆਏਗੀ, ਖੇੜਾ ਆਏਗਾ, ਤਾਂ ਫਿਰ ਵਾਹ ਨਿਕਲੇਗਾ ਨਾ, ਵਾਹ ਕਮਾਲ ਹੈ, ਇੰਨਾ ਸੌਖਾ ਜੀਵਨ ਸੀ। ਪਰ ਸਮਝ ਤਾਂ ਆਏਗੀ ਨਾ ਉਹਦੀ, ਪ੍ਰੇਮ ਦੀ ਮਹਾਨਤਾ ਦਾ ਪਤਾ ਤਾਂ ਲੱਗੇਗਾ ਜੇ ਪ੍ਰੇਮ ਵਾਲੀ ਜ਼ਿੰਦਗੀ ਜੀਵਾਂਗੇ। ਗੁਰਬਾਣੀ ਹੈ, ਹੁਣ ਜਿਹੜੇ ਬਾਣੀ ਨੂੰ ਪੜ੍ਹਦੇ ਹੀ ਨਹੀਂ ਜਾਂ ਸਮਝਣ ਦੀ ਟਰਾਈ ਹੀ ਨਹੀਂ ਕਰਦੇ, ਔਰ ਉਹਨਾਂ ਵੀਰਾਂ ਭੈਣਾਂ ਨੂੰ ਇਹ ਸਮਝਾ ਦਿੱਤਾ ਗਿਆ ਹੈ ਕਿ ਬਾਣੀ ਪੜ੍ਹਨੀ ਬੜੀ ਔਖੀ ਹੈ, ਬਾਣੀ ਨੂੰ ਸਮਝਿਆ ਨਹੀਂ ਜਾ ਸਕਦਾ, ਅਰਥ ਭਾਵ ਸਮਝ ਹੀ ਨਹੀਂ ਆ ਸਕਦੇ, ਉਹਨਾਂ ਦੇ ਦਿਮਾਗ ਵਿੱਚ ਬਹਿ ਗਈ ਇਹ ਚੀਜ਼, ਔਰ ਦੇ ਸੁਣਦੇ ਨਹੀਂ, ਤਾਂ ਉਹਨਾਂ ਨੂੰ ਤੇ ਗੁਰਬਾਣੀ ਦੀ ਮਹਾਨਤਾ ਦਾ ਪਤਾ ਹੀ ਨਹੀਂ, ਕਿਉਂਕਿ ਗੁਰਬਾਣੀ ਅਨੁਸਾਰ ਜ਼ਿੰਦਗੀ ਜੀਵੀ ਨਹੀਂ ਨਾ। ਤੇ ਜੇ ਕਿਤੇ ਉਹ ਗੁਰਬਾਣੀ ਦੇ ਨਾਲ ਜੁੜ ਜਾਣ, ਥੋੜੀ ਜਿਹੀ ਹਿੰਮਤ ਕਰਨ, ਬਾਣੀ ਦੇ ਮੀਨਿੰਗ ਪੜ੍ਹਨੇ ਸ਼ੁਰੂ ਕਰ ਦੇਣ, ਬਾਣੀ ਮੁਤਾਬਕ ਜ਼ਿੰਦਗੀ ਜੀਣੀ ਸ਼ੁਰੂ ਕਰ ਦੇਣ, ਤਾਂ ਫਿਰ ਉਹਨਾਂ ਨੂੰ ਆਨੰਦ ਮਿਲੇਗਾ ਨਾ। ਫਿਰ ਉਹਨਾਂ ਦੇ ਜ਼ਬਾਨ ਚੋਂ ਵਾਹ ਨਿਕਲੇਗਾ, ਵਾਹ ਕਮਾਲ ਹੈ ਯਾਰ, ਇੰਨੀ ਸੌਖੀ ਸੀ ਬਾਣੀ ਸਮਝਣੀ, ਗੁਰਬਾਣੀ ਵਾਲਾ ਜ਼ਿੰਦਗੀ ਇੰਨੀ ਚੰਗੀ ਹੈ, ਇੰਨਾ ਪਿਆਰਾ ਜੀਵਨ ਹੈ, ਇੰਨਾ ਮਹਾਨ ਹੋ ਜਾਂਦਾ ਬੰਦਾ, ਇੰਨੇ ਸੁੱਖ ਮਿਲ ਜਾਂਦੇ ਨੇ। ਤਾਂ ਹੀ ਉਸ ਮਹਾਨਤਾ ਦਾ ਪਤਾ ਲੱਗੇਗਾ ਨਾ ਜੇ ਬਾਣੀ ਅਨੁਸਾਰ ਜ਼ਿੰਦਗੀ ਜੀਣਗੇ। ਤਾਂ ਤਿਸ ਆਪਨ ਨਾਮ ਦੇ ਆਪਣਾ ਹੁਕਮ, ਆਪਣੇ ਹੁਕਮ ਦੀ ਸੂਝ, ਹੁਕਮ ਦੀ ਮਹਾਨਤਾ, ਜਿਹੜਾ ਰੱਬ ਦੀ ਰਜ਼ਾ ਵਿੱਚ ਤੁਰੇਗਾ, ਰੱਬ ਦੀ ਮਹਾਨਤਾ ਉਹਨੂੰ ਹੀ ਮਿਲੇਗੀ ਨਾ, ਉਹਨੂੰ ਸਮਝ ਆਏਗੀ ਕਿ ਰੱਬ ਦਾ ਹੁਕਮ, ਜੋ ਰੱਬੀ ਹੁਕਮ ਦੇ ਅੰਦਰ ਜ਼ਿੰਦਗੀ ਜੀਣੀ ਹੈ ਕਿੰਨੀ ਮਹਾਨ ਹੈ। ਅਖੀਰਲਾ ਬਚਨ ਕਰਦੇ ਨੇ, ਵੱਡ ਭਾਗੀ ਨਾਨਕ ਜਨ ਸੇ, ਗੁਰੂ ਜੀ ਕਹਿੰਦੇ ਨੇ, ਹੇ ਨਾਨਕ ਆਖ ਕਿ ਉਹ ਵੱਡੇ ਭਾਗਾਂ ਵਾਲੇ ਨੇ, ਉਹ ਖੁਸ਼ਕਿਸਮਤ ਨੇ, ਉਹਨਾਂ ਦਾ ਜੀਵਨ ਮੁਬਾਰਕ ਹੈ, ਉਹਨਾਂ ਦੀ ਜ਼ਿੰਦਗੀ ਧੰਤਾ ਯੋਗ ਹੈ, ਸ਼ਾਬਾਸ਼ ਉਹਨਾਂ ਦੀ ਜ਼ਿੰਦਗੀ ਦਾ, ਉਹਨਾਂ ਦਾ ਆਉਣਾ ਇਸ ਸੰਸਾਰ ਤੇ ਪ੍ਰਵਾਨ ਹੋ ਗਿਆ ਹੈ, ਸਫਲ ਹੋ ਗਿਆ, ਮੁਬਾਰਕ ਹੈ ਉਹਨਾਂ ਦੀ ਜ਼ਿੰਦਗੀ, ਜਿਹੜੇ ਰੱਬੀ ਰਜ਼ਾ ਦੇ ਅੰਦਰ ਤੁਰਦੇ ਨੇ, ਔਰ ਜਿਨ੍ਹਾਂ ਨੂੰ ਰੱਬ ਦੀ ਰਜ਼ਾ ਦੀ ਮਹਾਨਤਾ ਦਾ ਪਤਾ ਲੱਗ ਗਿਆ ਹੈ, ਔਰ ਰੱਬ ਦੀ ਰਜ਼ਾ ਦੇ ਅੰਦਰ ਚੱਲਦੇ ਹੋਏ ਹੁਕਮ ਰਜ਼ਾਈ ਚੱਲਣ ਵਾਲੇ ਬਣ ਕੇ ਸਚਿਆਰ ਹੋ ਗਏ ਨੇ, ਉਹ ਵੱਡੇ ਭਾਗਾਂ ਵਾਲੇ ਨੇ, ਉਹ ਖੁਸ਼ਕਿਸਮਤ ਨੇ, ਮਹਾਨ ਨੇ, ਮੁਬਾਰਕ ਹੈ ਉਹਨਾਂ ਦੀ ਜ਼ਿੰਦਗੀ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਅਸੀਂ ਇਸ ਪੌੜੀ ਅਸ਼ਟਪਦੀ ਔਰ ਸ਼ਲੋਕ ਰਾਹੀਂ ਸਮਝਿਆ ਹੈ, ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰਨਹਾਰ, ਜੋ ਗੁਰੂ ਦੀ ਸ਼ਰਨ ਵਿੱਚ ਪੈਂਦਾ ਹੈ ਉਹ ਬੰਦਾ ਤਰਨ ਜੋਗਾ ਹੋ ਜਾਂਦਾ ਹੈ, ਵਿਕਾਰਾਂ ਤੋਂ ਬਚ ਜਾਂਦਾ ਹੈ। ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ, ਜੋ ਗੁਰੂ ਦੀ ਨਿੰਦਿਆ ਕਰਦਾ ਹੈ, ਗੁਰੂ ਦੇ ਸਿਧਾਂਤਾਂ ਤੋਂ ਉਲਟ ਜ਼ਿੰਦਗੀ ਜਿੰਦਾ ਹੈ, ਉਹ ਪਸ਼ੂ ਬਿਰਤੀਆਂ ਵਿੱਚ ਪੈ ਜਾਂਦਾ ਹੈ, ਉਹਦੇ ਜੀਵਨ ਦੀ ਕਦੇ ਭਟਕਣਾ ਨਹੀਂ ਮੁੱਕਦੀ, ਉਹਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਨਹੀਂ ਬੁਝਦੀ, ਉਹ ਕਾਮ ਕ੍ਰੋਧ ਆਦਿ ਕੰਮਾਂ ਦੇ ਵਸ ਵਿੱਚ ਪਿਆ ਰਹਿੰਦਾ ਹੈ, ਉਹ ਨਰਕਪਾਤੀ ਸਵਾਨ ਵਾਲੀ ਜ਼ਿੰਦਗੀ ਬਿਤਾਉਂਦਾ ਹੈ, ਉਹ ਨਾ ਜਿਉਂਦਿਆਂ ਚੋਂ ਨਾ ਮੋਇਆਂ ਚੋਂ, ਉਹ ਹਮੇਸ਼ਾ ਵਿਲਕਦਾ ਔਰ ਅਸ਼ਾਂਤ ਰਹਿੰਦਾ ਹੈ। ਕੌਣ? ਜੋ ਗੁਰੂ ਦਾ ਨਿੰਦਕ ਹੈ ਤੇ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਹੈ, ਉਹਦੀ ਜ਼ਿੰਦਗੀ ਮਹਾਨ ਹੈ, ਉਹਦੇ ਅੰਦਰ ਸੁੱਖ ਹੈ, ਸ਼ਾਂਤੀ ਹੈ, ਇਨਸਾਨੀਅਤ ਹੈ, ਉਹਦਾ ਜੀਵਨ ਮਹਾਨ ਹੈ। ਪਹਿਲੀ ਗੱਲ।